ਪਹਿਲਾਂ ਸਭ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੁਰੂ ਦੀ ਬੁਲੰਦ ਕੀਤੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਥੋੜ੍ਹਾ ਦੱਸ ਦਿਆਂ। ਵੈਸੇ ਇਹਨਾਂ ਨੇ ਦੱਸ ਦਿੱਤਾ, ਫਗਵਾੜੇ ਤੋਂ ਆ ਮੈਂ। ਇਹਨਾਂ ਦੀ ਦੀਪ ਸਿੱਧੂ ਹੋਣਾ ਦੀ ਜਿਹੜਾ ਸੱਦਾ ਸੀ ਕਪੂਰਥਲੇ ਜ਼ਿਲ੍ਹੇ ਦਾ, ਉਦੋਂ ਅਸੀਂ ਸੁਣਿਆ ਸੀ ਅਤੇ ਉਹਦੇ ਲਈ ਵਾਸਤੇ ਅਸੀਂ ਅੱਜ ਪਹੁੰਚੇ ਆਪਣੇ ਤੌਰ 'ਤੇ। 4 ਤਰੀਕ ਨੂੰ ਵੀ ਹਾਜ਼ਰੀ ਲਗਵਾ ਕੇ ਗਏ ਸੀ ਅਸੀਂ, ਪਰ ਫਿਰ ਉਸ ਦਿਨ ਅਸੀਂ ਕੁਛ ਵਿਚਾਰ ਨਹੀਂ ਸਾਂਝੇ ਕਰ ਸਕੇ, ਚਲੇ ਗਏ ਸੀਗੇ, ਛੇਤੀ ਜਾਣਾ, ਥੋੜ੍ਹਾ ਕੰਮ ਸੀਗਾ। ਅਤੇ ਪਹਿਲਾਂ ਤਾਂ ਇਹ ਹੈ ਕਿ ਆਪਣਾ ਖੇਤੀ ਧੰਦਾ ਸਾਰਿਆਂ ਜਣਿਆਂ ਦਾ। ਮੈਂ ਵੀ ਇੱਕ ਛੋਟਾ ਜ਼ਿਮੀਂਦਾਰ ਹਾਂ। ਦੁਆਬੇ ਦੇ ਵਿੱਚ ਜ਼ਮੀਨਾਂ ਥੋੜ੍ਹੀਆਂ, ਇਹ ਤੁਹਾਨੂੰ ਪਤਾ ਕਿ ਮਾਲਵੇ ਜ਼ਮੀਨਾਂ ਜ਼ਿਆਦੀਆਂ। ਸਾਡੀ ਜ਼ਮੀਨ ਦੀ ਗੱਲ ਕਰੀਏ, ਸਾਡੇ 2 ਚਾਚਾ ਜੀ ਅਤੇ ਪਿਤਾ ਜੀ, ਉਹਨਾਂ ਦੇ 8 ਕੁ ਖੇਤ ਸੀਗੇ। 8 ਖੇਤਾਂ ਦੇ ਵਿੱਚੋਂ 4 ਰਹਿ ਗਏ। 4 ਦੇ ਵਿੱਚੋਂ ਅਸੀਂ 3 ਭਰਾ, 3 ਭਰਾਵਾਂ ਕੋਲ ਕੀ ਆਇਆ, ਸਵਾ ਖੇਤ। ਸਵਾ ਖੇਤਾਂ ਦੇ ਵਿੱਚੋਂ 2 ਮੇਰੇ ਬੇਟੇ, ਕੀ ਆਇਆ, ਪਲਾਟ ਰਹਿ ਗਏ। ਕਰਦਿਆਂ ਕਰਾਉਂਦਿਆਂ ਅਸੀਂ ਚਲੋ 2 ਇੱਥੇ ਜੋ ਵੀ ਜ਼ਮੀਨ ਪਹਿਲਾਂ ਆਪਣੀ ਖੇਤੀਬਾੜੀ ਕਰਦੇ ਸੀਗੇ, ਤਾਂ 2012 ਦੇ ਵਿੱਚ ਪਹਿਲਾਂ 1998 ਦੇ ਵਿੱਚ ਸਾਡੇ ਏਰੀਏ ਦੇ ਵਿੱਚ ਜ਼ਮੀਨ ਕੋਈ 200-300 ਖੇਤ ਅਗਵਾਇਰ ਹੋਣੀ ਸੀ ਗੌਰਮੈਂਟ ਤੋਂ, ਅਤੇ ਉਹਦੀ ਪਲੈਨਿੰਗ ਦੇ ਵਿੱਚ ਸਾਡੇ ਏਰੀਏ ਦੀ ਜ਼ਮੀਨ ਸਾਨੂੰ ਵੇਚਣੀ ਪਈ। ਤਾਂ ਵੈਸੇ ਵੀ ਪਲਾਟ ਹੀ ਸੀਗੇ ਸਾਡੇ ਆਉਣ ਦੇ ਵਿੱਚ, ਤੀਜੀ ਪੀੜ੍ਹੀ ਦੇ ਵਿੱਚ ਇੰਨੀਆਂ ਕੁ ਜ਼ਮੀਨਾਂ ਰਹਿ ਜਾਂਦੀਆਂ ਦੁਆਬੇ ਦੇ ਵਿੱਚ ਆਮ ਤੌਰ 'ਤੇ। ਕੋਈ ਵੱਡਾ ਜ਼ਿਮੀਂਦਾਰ ਆ। ਅਸੀਂ ਉੱਥੇ ਚੱਲਦਿਆਂ ਟਰਾਂਸਪੋਰਟ ਵੀ ਪਹਿਲਾਂ ਕਰਦੇ ਸੀਗੇ, ਵੀ ਕਰਦਿਆਂ ਕਰਾਉਂਦਿਆਂ ਆਪਣੇ ਕੰਮਾਂ ਕਾਰਾਂ ਨੂੰ ਦੇਖਦਿਆਂ ਹਾਂ ਗਾਹਾਂ ਦੀ ਪਲੈਨਿੰਗ ਦੁਆਬੇ 'ਚ ਇਹ ਚੀਜ਼ ਜ਼ਿਆਦਾ ਥੋੜ੍ਹੀ ਜਿਹੀ, ਕਿ ਮਜਬੂਰੀਆਂ ਵੀ ਉੱਥੇ ਜ਼ਿਆਦਾ, ਜ਼ਮੀਨਾਂ ਖੁੱਲ੍ਹੀਆਂ ਨਹੀਂ ਹੈਗੀਆਂ। ਅਤੇ ਅਸੀਂ ਕਰਦਿਆਂ ਕਰਾਉਂਦਿਆਂ ਪਲੈਨਿੰਗ ਕੀਤੀ। ਵੱਡਾ ਬੇਟਾ ਬਾਹਰ ਸੀਗਾ ਅਤੇ ਮੈਂ ਅਤੇ ਛੋਟਾ ਬੇਟਾ ਮੇਰੇ ਨਾਲ ਆਇਆ ਹੋਇਆ ਆ। ਅਸੀਂ ਕੁੜਮ ਸਾਹਿਬ ਵੀ ਮੇਰੇ ਆਏ ਹੋਏ ਨੇ ਨਾਲ। ਅਤੇ ਅਸੀਂ ਜਾਰਜੀਆ ਜਾ ਕੇ ਜ਼ਮੀਨ ਖਰੀਦੀ, ਕੋਈ 8 ਕਟੇਰੂ ਨੂੰ 20 ਖੇਤ ਕਹਿ ਲਓ, ਪਰ ਮਾਲਵੇ ਨੇ ਜ਼ਮੀਨ ਉੱਥੇ ਬਹੁਤ ਜ਼ਿਆਦਾ ਖਰੀਦੀ। ਜਾਰਜੀਆ ਤੁਹਾਨੂੰ ਪਤਾ ਹੁਣ ਕੋਈ ਨਾ ਕੋਈ ਇੱਥੇ ਬੈਠਾ ਹੋਏਗਾ ਜਿਨ੍ਹਾਂ ਨੇ 100 ਏਕੜ, 2-2.5 ਸੌ, 500 ਖੇਤ ਵੀ ਖਰੀਦਿਆ। ਪਰ ਕਹਿ ਲਓ ਅਸੀਂ ਉੱਥੇ ਜਾ ਕੇ ਕਿਸੇ ਕਾਰਨਾਂ ਕਰਕੇ, ਜਾਂ ਉਹਨੂੰ ਬੈਕਬੋਨ ਦੀ ਗੱਲ ਕਰੀਏ, ਅਸੀਂ ਉੱਥੇ ਕਾਮਯਾਬ ਨਹੀਂ ਹੋ ਸਕੇ। ਪਰ ਅਸੀਂ 4 ਸਾਲ ਉੱਥੇ ਖੇਤੀ ਵੀ ਕੀਤੀ। ਇੱਥੇ ਤਾਂ ਆਪਣੀ ਖੇਤੀ ਬਲਦਾਂ ਤੋਂ ਲੈ ਕੇ ਜਿੰਨਾ ਸਮਾਂ ਵੀ ਹੋ ਸਕੀ ਕਰਦੇ ਹੀ ਰਹੇ ਹਾਂ। ਪਰ ਆਪਣੀਆਂ ਰੋਜ਼ਮर्रा ਜ਼ਿੰਦਗੀਆਂ ਜੇ ਆਪਾਂ 5-7 ਖੇਤ, 10 ਖੇਤ ਵਾਲੇ ਬੰਦੇ ਦੀ ਵੀ ਗੱਲ ਕਰੀਏ, ਚਾਹੇ ਉਹ ਪੰਜਾਬ 'ਚ ਕਿਤੇ ਵੀ ਰਹਿੰਦਾ ਆ, ਤਾਂ ਮੇਰਾ ਖਿਆਲ ਹੈ ਜੇ ਆਪਣਾ ਕੋਈ ਸਾਥੀ ਉਹ 10 ਖੇਤ ਵਾਲੇ ਦਾ ਬਾਹਰ ਨਹੀਂ ਹੈਗਾ, 2 ਭਰਾ ਇੱਥੇ ਆ, ਅਤੇ ਉਹਦੇ ਤੋਂ ਆਪਣੇ ਬੱਚੇ ਨਹੀਂ ਪਾਲ ਸਕਦੇ। ਖੇਤ ਨੂੰ ਚਾਹੇ ਆਪਾਂ ਕਹਿ ਦਈਏ ਮੇਰਾ 50 ਲੱਖ ਦਾ ਆ, ਪਰ ਜ਼ਮੀਨ ਤਾਂ ਖੇਤ ਹੀ ਆ, ਉਹਦੇ 'ਚੋਂ ਫਸਲ ਹੀ ਕੱਢਣੀ ਆ। ਉਹਦੇ 'ਚ ਆਪਾਂ ਆਪਣੇ ਘਰ ਦੇ ਖਰਚੇ ਨਹੀਂ, ਬੱਚਿਆਂ 'ਚ 2 ਭਰਾ ਤੁਹਾਡੇ ਉਹ ਹੋ ਗਏ, ਉਹਨੇ 2 ਬੱਚੇ ਹੋ ਗਏ, ਤੁਸੀਂ ਉਹਨਾਂ ਨੂੰ ਪਾਲ ਨਹੀਂ ਸਕਦੇ, ਉਹਨਾਂ ਦੀਆਂ ਸਕੂਲਾਂ ਦੀਆਂ ਫੀਸਾਂ ਨਹੀਂ ਦੇ ਸਕਦੇ, ਕੁਛ ਨਹੀਂ ਕਰ ਸਕਦੇ। ਆਫਟਰ ਆਲ ਤੁਸੀਂ ਕਰਜ਼ੇ ਥੱਲੇ ਹੀ ਰਹਿਣਾ ਆ। ਵਿੱਚੇ ਹੀ ਮੈਂ ਆ, ਉਹਦੇ ਗੱਲ ਕਰਨ ਨੂੰ ਅੱਗੇ ਵਜ੍ਹਾ ਬਣ ਜਾਂਦੀ, ਆਪਾਂ ਦੂਸਰੇ ਵੱਲ ਨੂੰ ਕਰ ਲਈਦੀ ਆ, ਪਰ ਵਿੱਚੇ ਹੀ ਮੈਂ, ਆਪਾਂ ਸਾਰੇ ਇਕੱਠੇ ਆ। ਤਾਂ ਸਾਡੇ ਏਰੀਏ 'ਚ ਵੀ ਧਰਨੇ ਲੱਗਦੇ, ਸਾਰਾ ਕੁਛ ਹੁੰਦਾ ਆ। ਆਖਰਕਾਰ ਨੂੰ ਆਪਾਂ ਨੂੰ ਸੋਚਣਾ ਹੀ ਪੈਣਾ ਕਿ ਆਪਾਂ ਕੀ ਕਰਾਂਗੇ ਅਤੇ ਕੀ ਹੋਊਗਾ ਸਾਡੇ ਨਾਲ। ਚਲੋ ਆਪਾਂ ਅੱਗੇ ਚੱਲਦੇ ਹਾਂ। ਥੋੜ੍ਹੀ ਜਿਹੀ ਆਪਾਂ ਗੁਰੂ ਸਾਹਿਬ ਦੀ ਗੱਲ ਕਰੀਏ। ਅੱਜ ਦਾ ਹੁਕਮਨਾਮਾ ਸੀ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚੰਦਿਆਂ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਅੱਜ ਦਾ ਇਹ ਆਪਣੇ ਅਕਾਲ ਤਖਤ ਤੋਂ ਹੁਕਮਨਾਮਾ ਸੀਗਾ, ਪਰ ਆਪਾਂ ਵਿਚਾਰ ਕਰਦਿਆਂ ਥੋੜ੍ਹਾ ਅੱਗੇ ਚੱਲਾਂਗੇ। ਹੁਕਮਨਾਮਾ ਸਾਨੂੰ ਕੀ ਕਹਿੰਦਾ ਆ? ਸਤਿਗੁਰ ਕੀ ਸੇਵਾ ਸਫਲ ਹੈ। ਚਾਹੇ ਉਹ ਆਪਾਂ ਕਿਸਾਨ ਤਾਂ ਸੇਵਾ ਕਰੀ ਹੀ ਜਾਂਦਾ ਆ, ਕਿਸਾਨ ਤਾਂ ਉਹ ਤੋਂ ਪਿੱਛੇ ਹੈ ਹੀ ਨਹੀਂ, ਨਾਲ ਆਪਣੇ ਬੱਚੇ ਵੀ ਪਾਲਦਾ, ਸਾਰਾ ਕੁਛ ਕਰਦਾ ਆ, ਸਾਰੇ ਦੇਸ਼ ਦੀ ਸੇਵਾ ਕਰਦਾ ਆ। ਉਹ ਜਾਂਦਾ ਸਾਡੇ 'ਚੋਂ ਕੀ ਨਹੀਂ। ਹਉਮੈ ਨੂੰ ਵੀ 2 ਜਗ੍ਹਾ ਕਰਕੇ ਦੇਖੀਏ, ਨਾ ਮੇਰੇ 'ਚੋਂ ਹੋਂ ਗਈ, ਨਾ ਮੇਰੇ 'ਚੋਂ ਮੈਂ ਗਈ, ਜਿਹਦੇ ਕਰਕੇ ਸਾਡੇ ਇਹ ਹਾਲਾਤ ਹੋਏ ਆ। ਇਹਨਾਂ ਗੱਲਾਂ ਨੂੰ ਸੋਚਦਿਆਂ ਆਪਾਂ ਬਾਜਦਿਆਂ ਅੱਗੇ ਚਲੇ ਜਾਵਾਂਗੇ, ਪਰ ਸਾਡਾ ਹਾਲਾਤ ਕੀ ਹੋ ਗਏ। ਸਾਰਾ ਕੁਝ ਬਾਣੀ, ਸਾਡੇ ਗੁਰੂ ਸਾਹਿਬ ਦਾ ਸਿਧਾਂਤ ਏਡਾ ਵੱਡਾ, ਪਰ ਸਾਡੇ ਜਿਹੜੇ ਸਿਧਾਂਤ ਦੇ ਮੋਢੀ ਸਾਡੇ ਬਣ ਗਏ, ਉਹਨਾਂ ਨੇ ਸਾਡਾ ਸੱਤਿਆਨਾਸ਼ ਹੀ ਕਰ ਦਿੱਤਾ। ਪਰ ਉੱਥੇ ਜਾ ਕੇ ਹੋਇਆ ਕੀ? ਉਹਦੇ ਗਲਤੀਆਂ, ਮੈਂ ਕਹਿੰਦਾ ਉਹਨਾਂ ਦੀਆਂ ਨਹੀਂ, ਗਲਤੀਆਂ ਕਿਹਦੀਆਂ? ਮੇਰਾ ਖਿਆਲ ਸਾਡੀਆਂ ਆਪਣੀਆਂ ਗਲਤੀਆਂ ਆ। ਵਾਰ-ਵਾਰ ਯਕੀਨ ਕੀਤਾ ਅਸੀਂ ਉਹਨਾਂ ਦੇ ਉੱਤੇ, ਹਰ ਵਾਰੀ ਤੋਰਿਆ ਉਹਨਾਂ ਨੂੰ ਬਣਾ ਕੇ, ਪਰ ਅਸੀਂ ਨਹੀਂ ਬਦਲੇ। ਬਦਲਣਾ ਤਾਂ ਅਸੀਂ ਸੀ। ਜੇ ਅਸੀਂ ਬਦਲ ਜਾਂਦੇ, ਸਾਡੇ ਹਾਲਾਤ ਬਦਲ ਜਾਂਦੇ, ਸਾਡਾ ਸਮਾਜ ਬਦਲ ਜਾਂਦਾ। ਹਰ ਵਾਰੀ ਉਹਨਾਂ ਨੂੰ ਉੱਥੇ ਦੀਆਂ ਜ਼ਿੰਮੇਵਾਰੀਆਂ ਦੇ ਕੇ ਤੋਰੀਆਂ, ਜਿੱਥੇ ਦੀ ਗੋਲਕ ਤੋਂ ਇਲੈਕਸ਼ਨਾਂ ਲੜਦੇ ਆ। ਔਰ ਤੁਹਾਨੂੰ ਪਤਾ ਇਹਨਾਂ ਚੀਜ਼ਾਂ ਦਾ ਸਾਰਿਆਂ ਦਾ। ਮੈਂ ਸ਼ਾਰਟ 'ਚ ਗੱਲ ਕਰਾਂਗਾ, ਥੋੜ੍ਹੀ ਨਹੀਂ ਤਾਂ ਕਰਦਿਆਂ ਆਪਾਂ ਭਾਵੇਂ 2 ਘੰਟੇ ਲਾ ਲਈਏ। ਇਹ ਇੱਕ ਇਸ਼ਾਰੇ ਹੁੰਦੇ ਆ। ਪਰ ਜੇ ਆਪਾਂ ਇਸ ਗੱਲ ਨੂੰ ਵੀ ਲੈ ਲਈਏ ਇਕੱਲੀ ਨੂੰ, ਵੀ ਆਪਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲਈਏ, ਉਹਦਾ ਪਲਟਾ ਕਿਹਨੇ ਮਾਰਨਾ? ਜਵਾਬ ਦਿਓਗੇ ਮਾੜਾ ਜਿਹਾ ਜੀ ਹੱਥ ਖੜੇ ਕਰਕੇ? ਪਲਟਾ ਕਿਹਨੇ ਮਾਰਨਾ? ਆਪਾਂ ਹੀ ਮਾਰਨਾ। ਕਦੋਂ ਮਾਰਨਾ? ਇਸ ਵਾਰੀ
2021 ਮੇਰਾ ਖਿਆਲ 12 ਇਹ 13-14 ਸਾਲ ਅਪਰੋਕਸੀਮੇਟਲੀ 13-14 ਸਾਲ ਬਾਅਦ ਇਹ ਇਲੈਕਸ਼ਨ ਆ ਰਹੀ ਆ। ਅੱਗੇ ਇਹਨਾਂ ਨੇ ਕਰਵਾਈਆਂ ਹੀ ਨਹੀਂ ਕਿ ਜੇਬੀ 'ਚੋਂ ਨਿਕਲੀ ਜਾਂਦਾ ਸਾਰਾ ਕੁਛ। ਪਰਮਾਤਮਾ ਨੇ ਸ਼ੁਕਰ ਕੀਤਾ ਕਿ ਮੈਂ ਤਾਂ ਕਹਿੰਦਾ ਉਹ ਵੀ ਸ਼ੁਕਰ ਹੀ ਆ ਪਰਮਾਤਮਾ ਦਾ ਕਿ ਜੱਬੇ ਬਾਣ ਲਾਗੇ ਤੱਬੇ ਰੁੱਸ ਜਾਗੇ ਵਾਲੀ ਗੱਲ ਆ। ਪਰ ਆਪਣੇ ਉਹਨਾਂ ਨੇ ਆਰ ਲਾਤੀ ਉੱਥੋਂ ਦਿੱਲੀੋਂ। ਜਦੋਂ ਆਰ ਬਲਦ ਦੇ ਲੱਗਦੀ ਆ ਤੇ ਉਹ ਤੇਜ਼ ਹੋ ਜਾਂਦਾ, ਪਰ ਜਿਹੜਾ ਚੰਗਾ ਬਲਦ ਆ ਉਹ ਆਰਾਂ ਆਪਣੇ ਖਪਾਉਂਦਾ ਵੀ ਆ, ਪਰ ਜਿਹੜਾ ਚੰਗਾ ਬਲਦ ਆ ਉਹ ਆਪਣੇ ਆਪ ਕੰਮ ਕਰਨ ਲੱਗ ਪੈਂਦਾ, ਕਰੇ ਮੁੜ ਕੇ ਨਾਲ ਚੱਲ ਪੈਂਦਾ। ਕਿਉਂ ਮੈਂ ਹੱਥੀਂ ਖੇਤੀ ਕੀਤੀ, ਮੈਨੂੰ ਇਸ ਚੀਜ਼ ਦਾ ਪਤਾ ਪਿਤਾ ਜੀ ਹੁਣਾਂ ਦੇ ਨਾਲ ਮੈਂ 5ਵੀਂ ਸਾਲ ਸਿੱਖ ਲਿਆ ਸੀਗਾ, 5ਵੀਂ 'ਚ ਪੜ੍ਹਦਾ ਸੀ। ਤਾਂ ਫਿਰ ਇੱਦਾਂ ਵੀ ਚਲੋ ਆਪ ਕੰਮ ਕਰਦਾ। ਪਰ ਕਈ ਢੀਠ ਬਲਦ ਹੁੰਦੇ ਆ, ਉਹਨਾਂ ਦੇ ਆਰ ਟੱਚ ਕੀ ਕਰ ਰਹੀ ਮੈਂ ਖੁੱਬ ਹੀ ਚੱਲੋ ਬਾਰ-ਬਾਰ, ਉਹਨੇ ਨਹੀਂ ਕੰਮ ਕਰਨਾ। ਸਾਡੇ ਕੋਲ ਇੱਦਾਂ ਦਾ ਬਲਦ ਸੀਗਾ, ਉਹਦੇ ਮਰ ਕੇ ਡੰਡੇ ਮਾਰੀਆਂ ਲੰਮਾ ਹੀ ਪੈ ਜਾਣਾ, ਕਹਿਣਾ ਮੈਂ ਨਹੀਂ ਮੰਨਦਾ ਬਈ। ਪਰ ਇਸ ਵਾਰੀ ਦੀ ਜਿਹੜੀ ਆਪਣੀ ਮੋਰਚੇ ਲੱਗੇ ਆ, ਸ਼ੰਭੂ ਮੋਰਚਾ ਲੱਗਾ, ਹੋਰ ਸਾਰੇ ਪੰਜਾਬ ਦੇ ਮੋਰਚੇ, ਉਹਨਾਂ ਦੇ ਵਿੱਚ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਯੂਥ ਆਪਣਾ ਇਕੱਠਾ ਹੋ ਗਿਆ। ਹੁਣ ਇਸ ਵੇਲੇ ਜੇ ਮੈਂ ਗਿਣਤੀ ਵੀ ਕਰਾਂ, ਮੇਰਾ ਖਿਆਲ ਆਪਣੇ ਬਜ਼ੁਰਗ ਜਾਂ ਉਹਨਾਂ ਵਿੱਚ ਮੈਂ ਵੀ, ਮੇਰਾ ਬੱਚਾ ਨਾਲ ਆ, ਤੁਸੀਂ ਮੇਰੇ ਬੱਚਿਆਂ ਬਰਾਬਰ ਹੋ, ਤਾਂ ਮੇਰਾ ਖਿਆਲ ਆ ਤੁਹਾਡੀ ਗਿਣਤੀ ਜ਼ਿਆਦਾ ਆ। ਪਰ ਜਦੋਂ ਇਹ ਗਿਣਤੀ ਵਧੂਗੀ ਤਾਂ ਹੀ ਅਸੀਂ ਕੁਝ ਹਾਸਲ ਕਰ ਸਕਾਂਗੇ, ਮੈਨੂੰ ਇੱਦਾਂ ਹੀ ਲੱਗਦਾ ਆ। ਤੇ ਐਸੀ ਗੱਲ ਨਹੀਂ ਆਪਾਂ ਕੁਝ ਪਾਵਾਂਗੇ ਨਹੀਂ, ਸਾਰਾ ਕੁਝ ਹੀ ਪਾਵਾਂਗੇ, ਪਰ ਸਬਰ ਤਾਂ ਰੱਖਣਾ ਹੀ ਪੈਣਾ ਆ। ਸਬਰ ਰੱਖਦਿਆਂ ਆਪਾਂ ਨੂੰ ਸਬਰ ਨੂੰ ਫਲ ਵੀ ਲੱਗਦਾ ਆ। ਇਹ ਤਾਂ ਹੈ ਨਾ ਜੀ, ਇਸ ਗੱਲ ਨੂੰ ਤੁਸੀਂ ਮੰਨੋਗੇ ਹੈ ਨਾ। ਅੱਗੇ ਆਪਾਂ ਥੋੜ੍ਹੀ ਹੋਰ ਗੱਲ ਕਰ ਲੈਂਦੇ ਹਾਂ ਜੀ। ਸਾਡਾ ਇਤਿਹਾਸ ਕੀ ਆ। ਮੈਂ ਸਿਰਫ ਹਿੰਟ ਬਣਾਇਆ ਕਿ ਮੈਂ ਮਾਈਕ 'ਤੇ ਕਹਿ ਲਓ ਦੂਸਰੀ ਕੁ ਵਾਰੀ ਬੋਲਿਆ, ਥੋੜ੍ਹੇ ਹਿੰਟ ਲਿਖਿਆ ਕਿ ਮੈਂ ਅਗਲਾ ਟੌਪਿਕ ਕੀ ਲੈਣਾ ਆ। ਸਾਡਾ ਇਤਿਹਾਸ ਕੀ ਆ। ਅਸੀਂ ਗਜਨੀ ਤੋਂ ਚੱਲੀਏ, ਅਸੀਂ ਅਬਦਾਲੀ ਤੋਂ ਚੱਲੀਏ, ਅਸੀਂ ਸਰਦਾਰ ਜ਼ੋਰਾਵਰ ਸਿੰਘ ਤੋਂ ਚੱਲੀਏ, ਕਿੱਥੋਂ ਚੱਲੀਏ, ਮੈਂ ਹਿੰਟ ਕਰਦੇ ਚਲੀ ਜਾਣਾ। ਗਜਨੀ ਆਇਆ, ਕੀ ਨਹੀਂ ਹੋਇਆ, ਸੋਮਨਾਥ ਮੰਦਿਰ ਦੇ ਦਰਵਾਜ਼ੇ ਵੀ ਲੈ ਗਿਆ। ਠੱਲ ਪਾਉਣ ਨੂੰ ਕੌਣ ਖੜਾ ਸੀ? ਅਬਦਾਲੀ ਆਇਆ, ਉਹਨੇ ਕੀ ਨਹੀਂ ਕੀਤਾ। ਇੱਥੇ ਕਿੰਨੇ ਹਜ਼ਾਰ ਦੇ ਲੜਕੀਆਂ ਲੈ ਕੇ ਗਿਆ, ਟਕੇ ਸਰ ਗਜਨੀ ਦੇ ਬਾਜ਼ਾਰਾਂ 'ਚ ਵਿਕੀਆਂ ਜਾ ਕੇ। ਉਹਨੂੰ ਠੱਲ ਕਿਹਨੇ ਪਾਈ? ਸਿੰਘਾਂ ਨੇ ਪਾਈ, ਗੁਰੂਦਿਆਂ ਨੇ। ਤੇ ਮੁੜ ਕੇ ਉਹਨਾਂ ਦੇ ਵਸੇਬੇ ਵੀ ਕੀਤੇ। ਕਈ ਇਹਨਾਂ ਨੇ ਵਾਪਸ ਨਹੀਂ ਲਈਆਂ ਉਹਨਾਂ 'ਚੋਂ, ਉਹਨਾਂ ਦੇ ਆਪਣੇ ਘਰ ਵਸੇਬੇ ਕੀਤੇ। ਕਈਆਂ ਨੂੰ ਘਰੀਂ ਪਹੁੰਚਾਇਆ, ਪਰ ਕਈ ਨਾ ਕਰਦੀ ਤੁਸੀਂ ਲੁੱਟ ਹੋ ਕੇ ਦੁਆਰਾ ਤੁਹਾਨੂੰ ਛੁਡਾ ਕੇ ਲਿਆ, ਸਾਨੂੰ ਕੀ ਪਤਾ ਤੁਸੀਂ ਕੀ ਕਰੇ ਆਈਆਂ। ਉਹਨਾਂ ਦੇ ਆਪਣੇ ਘਰ ਵਸੇਬੇ ਕੀਤੇ ਸਿੱਖਾਂ ਨੇ। ਜ਼ੋਰਾਵਰ ਸਿੰਘ ਦੀ ਗੱਲ ਕਰ ਲਓ, ਲੇਹ ਲਦਾਖ ਕਿੱਥੇ ਉੱਪਰ ਚਾਈਨਾ ਦੇ ਬਾਰਡਰ ਤੱਕ ਜਾ ਕੇ ਉਹਨੇ ਆਪਣਾ ਰਾਜ ਕਾਇਮ ਕਰ ਦਿੱਤਾ। ਰਾਜ ਕਾਇਮ ਕੀਤਾ, ਰਾਜ ਕਾਇਮ ਕਰਕੇ ਉਦੋਂ ਬਾਅਦ ਜਦੋਂ ਉਹਦੀ ਮੌਤ ਹੁੰਦੀ ਹੈ, ਮੈਂ ਹਿੰਟ ਦੇ ਰਿਹਾ ਛੋਟ ਉਹਨੇ ਜਦੋਂ ਉੱਥੇ ਰਾਜ ਕਾਇਮ ਕਰ ਲਿਆ, ਉਹਦੀ ਮੌਤ ਹੋ ਜਾਂਦੀ। ਜਦੋਂ ਦੂਸਰੇ ਪਾਸੇ ਇਹਦਾ ਠੰਡ ਪੈ ਜਾਂਦੀ, ਬਰਫ਼ ਬਹੁਤ ਪੈ ਜਾਂਦੀ, ਉਸ ਅਸੀਂ ਏਰੀਏ ਦੇ ਸਿੱਖੇ ਹੋਏ ਨਹੀਂ ਸੀਗੇ, ਬਰਫ਼ ਬਹੁਤ ਜ਼ਿਆਦਾ ਹੋ ਜਾਂਦੀ, ਉਹ ਫਿਰ ਉੱਥੇ ਦੇ ਲੋਕ ਸੀ। ਇਹਦੀ ਮੌਤ ਹੋਈ ਆ ਉੱਥੇ, ਮੌਤ ਹੋਈ ਜੰਗ ਦੇ ਵਿੱਚ, ਪਰ ਉੱਦਾਂ ਨਹੀਂ ਵੀ ਉੱਦਾਂ ਹੀ ਕੋਈ ਮਾਰ ਗਿਆ ਇਹਨੂੰ। ਜਦੋਂ ਇਹਦੀ ਜੰਗ 'ਚ ਮੌਤ ਹੋ ਜਾਂਦੀ ਹੈ, ਤਾਂ ਤੁਹਾਨੂੰ ਇਤਿਹਾਸ ਸ਼ਾਇਦ ਪਤਾ ਹੋਵੇ, ਬਾਹਲਿਆਂ ਨੂੰ ਪਤਾ ਹੋਣਾ ਚਾਹੀਦਾ ਮੇਰਾ ਖਿਆਲ। ਔਰ ਉਹ ਇਹਨੂੰ ਯੋਧਾ ਮੰਨਦੇ ਸੀ, ਔਰ ਕੋਲ ਨਹੀਂ ਛੇਤੀ ਗਏ। ਜਦੋਂ ਫਿਰ ਆਪਣੀ ਪਲਟਨ ਭੇਜ ਕੇ ਉਹਨੂੰ, ਹੁਣ ਇਹ ਖਤਮ ਹੋ ਚੁੱਕਾ, ਤੇ ਉਹਦੇ ਸਰੀਰ ਦਾ ਵੀ ਮੁੱਲ ਪਿਆ। ਔਰ ਦੱਸਦੇ ਆ ਕਿ ਸ਼ਾਇਦ ਮੈਂ ਉਹਦੇ ਵਿੱਚ ਥੋੜ੍ਹਾ ਬਹੁਤਾ ਅੱਗੇ ਪਿੱਛਾ ਕਰ ਜਾ, ਮੇਰਾ ਖਿਆਲ 230-35 ਰੁਪਏ ਕਿਲੋ ਉਹਦਾ ਮਾਸ ਵਿਕਿਆ ਯੋਧੇ ਦਾ। ਔਰ ਉਹਨਾਂ ਨੇ ਆਪਣੇ ਘਰ ਰੱਖਿਆ। ਸਿਰ ਦੀ ਜਗ੍ਹਾ 'ਤੇ ਉਹਦੀ ਉੱਥੇ ਉਹਨਾਂ ਨੇ ਆਪਣਾ ਮੰਦਿਰ ਬਣਾਇਆ ਹੋਇਆ। ਅੱਜ ਵੀ ਉੱਥੇ ਦੀਆਂ ਲੜਕੀਆਂ ਉੱਥੇ ਪੂਜਦੀਆਂ ਔਰ ਉਹਨੂੰ ਯੋਧਾ ਮੰਨਦੀਆਂ। ਔਰ ਉਹਨਾਂ ਦਾ ਘਰ ਉਹਨਾਂ ਦਾ ਮਾਸ ਰੱਖਿਆ ਕਿ ਸਾਡੇ ਘਰ ਇੱਦਾਂ ਦੇ ਯੋਧੇ ਪੈਦੇ ਹੋਣ। ਇਹ ਸਾਡਾ ਇਤਿਹਾਸ ਆ ਜਾਣੀ ਕਿ। ਔਰ ਉਹਨਾਂ ਦੇ ਕਹਿੰਦੇ ਅੱਜ ਵੀ ਦੱਸਦੇ ਆ ਕਿ ਉਹਨਾਂ ਦੀ ਲੜਕੀ, ਚਲੋ ਹਰ ਇਹ ਗ੍ਰਸਤੀ ਆ ਪਰਮਾਤਮਾ ਦੀ, ਉਹਨਾਂ ਦੀ ਲੜਕੀ ਦੇ ਜਿਹਦੇ ਵੀ ਬੱਚਾ ਹੋਣ ਵਾਲਾ ਹੁੰਦਾ, ਉੱਥੇ ਜਾ ਕੇ ਮੱਥਾ ਟੇਕ ਕੇ ਆਉਂਦੇ ਆ। ਕਾਹਦੇ ਪਾਸ ਨਮਸਕਾਰ ਕਰਦੇ, ਉਹਨੂੰ ਪੂਜਦੇ ਆ। ਔਰ ਕਹਿੰਦੇ ਵੀ ਸਾਡੇ ਘਰ ਇੱਦਾਂ ਦੇ ਯੋਧੇ ਪੈਦੇ ਹੋਣ। ਸਾਡੇ ਯੋਧੇ ਕਿੱਦਾਂ ਪੈਦਾ ਹੋ ਜਾਣਗੇ? ਸਾਡੇ ਤਾਂ ਯੋਧੇ ਸਾਰਾ ਕੁਝ ਭੁੱਲਣ ਨੂੰ ਵੀ ਤਿਆਰ ਹੋ ਗਏ। ਪਰ ਐਡੀ ਨਹੀਂ ਪਰਮਾਤਮਾ ਦੀ ਕਿਰਪਾ ਕਿ ਗੁਰੂ ਸਾਹਿਬ ਦਾ ਸਿਧਾਂਤ ਆ, ਗੁਰੂ ਨਾਨਕ ਦੇਵ ਜੀ ਦਾ। ਆਪਾਂ ਨੂੰ ਇਹ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਐਡੀ ਵੱਡੀ। ਪਰ ਇਹ ਹੈ ਕਿ ਸਾਡੀਆਂ ਸੱਥਾਂ ਜ਼ਰੂਰ ਬਣ ਜਾਣੀਆਂ ਚਾਹੀਦੀਆਂ। ਜਿੱਦਾਂ ਬਜ਼ੁਰਗਾਂ ਦੀਆਂ ਸੱਥਾਂ ਸੀਗੀਆਂ, ਇੱਦਾਂ ਸਾਡੇ ਜਵਾਨਾਂ ਦੀਆਂ ਸੱਥਾਂ ਬਣ ਜਾਣ। ਉਹਦੇ ਵਿੱਚ ਇਤਿਹਾਸਾਂ ਦੀਆਂ ਗੱਲਾਂ ਕਰਨ, ਕਿਤੇ ਗਾਣਾ ਵੀ ਸੁਣਦੇ। ਜਦੋਂ ਇਤਿਹਾਸ ਦੀ ਗੱਲ ਜ਼ਰੂਰੀ, ਇਤਿਹਾਸ ਵੀ ਸੁਣਨਗੇ। ਇੱਕ ਦਿਨ ਉਹਦੇ ਨਾਲ ਪਿਆਰ ਪੈ ਜਾਊਗਾ ਇਤਿਹਾਸ ਦੇ ਨਾਲ। ਜਦੋਂ ਪਿਆਰ ਪੈ ਜਾਊਗਾ ਤੇ ਤਾਂ ਹੀ ਖੜੇ ਹੋਣਗੇ ਇਹ। ਤਾਂ ਉਦੋਂ ਬਾਅਦ ਫਿਰ ਆਪਣੇ ਆਪ ਦੇ ਜਿਹੜਾ ਅੰਦਰੋਂ ਡਰ ਆ ਉਹ ਵੀ ਖਤਮ ਹੋ ਜਾਊਗਾ ਜਦੋਂ ਯੋਧਿਆਂ ਦੀਆਂ ਗੱਲਾਂ ਸੁਣਾਂਗੇ ਆਪਾਂ। ਜਦੋਂ ਗੱਲਾਂ ਹੀ ਨਹੀਂ ਸੁਣਨੀਆਂ ਤਾਂ ਅਸੀਂ ਕੀ ਕਰਨਾ ਕਰਾਉਣਾ ਆ।
ਜਿੱਥੇ ਬੈਠੇ ਆ ਘਰ ਆ ਕੇ ਤਾਂ ਸਾਨੂੰ ਕੁਛ ਨਹੀਂ ਕੋਈ ਦੇਣ ਲੱਗਾ, ਨਾ ਤੇ ਪੰਜਾਬ ਨੂੰ ਦੇਣਾ ਹੀ ਹੈ ਨਹੀਂ, ਸੋਚੋ ਹੀ ਮਤ। ਜੇ ਕਹੀਏ ਆਜ਼ਾਦੀ ਆਹ ਲਈ ਕਿਹਨਾਂ ਨੇ ਲਈ, ਥਾਲੀ 'ਚ ਪਾ ਕੇ ਇਹਨਾਂ ਨੂੰ ਦੇ ਦਿੱਤੀ, ਥਾਲੀ 'ਚ ਪਾ ਕੇ ਆਜ਼ਾਦੀ ਦਿੱਤੀ ਇਹਨਾਂ ਨੂੰ। ਗੱਲ ਕਰਦੇ ਆ ਮਹਾਤਮਾ, ਜੇ ਮਹਾਤਮਾ ਦੇ ਚਰਖੇ ਨੇ ਆਜ਼ਾਦੀ ਲੈ ਦੇ ਚੀਨ ਦੇ ਬਾਰਡਰ ਤੇ ਚਰਖੇ ਰੱਖ ਲੈਣ ਜਾ ਕੇ, ਅੱਜ ਦੇਖੋ ਕੀ ਹਾਲ ਕਰਦੇ ਆ। ਅਗਲੇ ਨੇ ਪਿਸਤੌਲਾਂ ਕਿੰਨਾ ਟੈਂਟ ਵੀ ਨਹੀਂ ਚੱਕਣੇ, ਚਪੇੜਾਂ ਮਾਰ ਮਾਰ ਤੋੜ ਦੇਣੇ ਆ। ਇਹ ਕਰਨਗੇ ਸਾਡੇ ਨਾਲ, ਉਹ ਹੋ ਕੀ ਗਿਆ ਸਾਡੇ ਨਾਲ। ਸੋਚਣਾ ਕਿ ਨੇ ਆਖਰਕਾਰ ਨੂੰ ਅਸੀਂ ਹੀ ਸੋਚਾਂਗੇ, ਅਸੀਂ ਹੀ ਬੁਲੰਦ ਆਵਾਜ਼ ਕਰਨੀ ਪੈਣੀ, ਸਾਨੂੰ ਹੀ ਆਵਾਜ਼ ਕਰਨੀ ਪੈਣੀ ਆ। ਸਾਡਾ ਕੁਛ ਨਹੀਂ ਹੋਣਾ ਉਹਨਾਂ ਚਿਰ, ਜਿੰਨਾ ਚਿਰ ਅਸੀਂ ਇਕੱਤਰ ਨਹੀਂ ਹੁੰਦੇ, ਸਾਰਾ ਪੰਜਾਬ ਇੱਕ ਨਹੀਂ ਹੋ ਜਾਂਦਾ, ਉਹਨਾਂ ਚਿਰ ਸਾਡੇ ਪੱਲੇ ਕੁਛ ਨਹੀਂ ਪੈਣਾ। ਇਹਨਾਂ ਨੇ ਤਾਂ ਸਾਡੇ ਆਰਾਂ ਲਾਈ ਜਾਣੀਆਂ, ਗਾਂ ਤੋਂ ਗਾਂ ਆਰਾਂ ਨੂੰ ਤੇਜ਼ ਕਰਨਾ, ਘੱਟ ਨਹੀਂ ਕਰਨਾ ਉਹਨਾਂ ਨੇ ਸਾਡੇ ਨਾਲ। ਜਿੱਥੇ ਤੱਕ ਹੱਦ ਉਹਨਾਂ ਦਾ ਜ਼ੁਲਮ ਚੱਲੂਗਾ ਉਹ ਅਸੀਂ ਪਹਿਲਾਂ ਵੀ ਸਹੇ ਆ, ਗਾਹਾਂ ਵੀ ਸਹਿਣੇ ਪੈਣੇ ਆ ਸਾਨੂੰ। ਘੱਟ ਨਹੀਂ ਸਾਡੇ ਨਾਲ ਕਦੇ ਵੀ ਉਹ ਕਰਨਗੇ, ਵੀ ਘੱਟ ਕਰਨਗੇ ਜਾਂ ਮੰਨ ਜਾਣਗੇ, ਨਹੀਂ ਐਡੀ ਛੇਤੀ ਨਹੀਂ ਉਹ ਮੰਨਣ ਵਾਲੇ ਹੈਗੇ। ਤਾਂ ਆਪਾਂ ਛੋਟ ਚੱਲਦੇ ਚੱਲਾਂਗੇ। ਬਾਦਲ ਕਾਂਗਰਸ ਦੀ ਗੱਲ ਕਰ ਲਓ, ਥੋੜ੍ਹੀ ਜਿਹੀ ਪਹਿਲਾਂ ਸ਼ੁਰੂ ਹੋਈ ਸੀ। ਉਹ ਸਾਡੇ ਨਾਲ ਕੀ ਕਰਦੇ, ਹਰ ਵਾਰੀ ਅਸੀਂ ਤੋੜ ਦਿੱਤੇ, ਉਹਨਾਂ ਨੇ ਬਾਰੀਆਂ ਬੰਨ ਲਈਆਂ। ਆ ਪਿੱਛੇ 10 ਸਾਲ ਕਰ ਗਏ, ਉਦੋਂ ਪਹਿਲਾਂ 5 ਸਾਲ ਤੇਰੇ ਤੇ 5 ਸਾਲ ਮੇਰੇ। ਐਤਕੀ ਇਹਨਾਂ ਨੂੰ ਦੱਸਦਾ ਜੀ ਅਸੀਂ ਨਹੀਂ ਜਿੱਤਣਾ, ਹੋਇਆ ਕੀ, ਰਲ ਕੇ ਕਾਂਗਰਸ ਨੂੰ ਵੋਟਾਂ ਪਵਾਤੀਆਂ, ਬਹੁਮਤ ਦਵਾਤਾ। ਬਹੁਮਤ ਕਰਕੇ ਉਹ ਬੈਠਾ ਉੱਥੇ, ਮੋਦੀ ਵੀ ਤਾਂ ਮੋਦੀ ਇਸੇ ਕਰਕੇ ਹੀ ਬੈਠਾ ਆ ਕਿ ਬਹੁਮਤ ਦੇ ਨਾਲ ਖੜਾ ਹੋ ਗਿਆ। ਪਿਛਲੀ ਜਦੋਂ ਪਹਿਲੀ 14 ਦੀ ਇਲੈਕਸ਼ਨ ਸੀ, ਉਹਦੇ ਵਿੱਚ ਮੇਰਾ ਖਿਆਲ 100 ਕਿੰਨੇ ਮੰਤਰੀ ਜਿਹੜੇ ਨੇ ਇਲੈਕਸ਼ਨ ਲੜੀਆਂ, ਉਹ MP ਬਣੇ, ਉਹ ਕਰਪਟ ਸੀ। ਦੂਜੀ ਇਲੈਕਸ਼ਨ ਹੋਈ 200 ਕਿੰਨੇ ਆ, ਦੂਜੀ ਵਾਰੀ 200 ਕਿੰਨੇ ਹੋ ਗਏ, ਘਟੇ ਨਹੀਂ ਉਹ। ਤੇ ਕਿੱਥੋਂ ਭਲਾ ਸੋਚ ਲਾਂਗੇ ਆਪਾਂ, ਉਹ ਵੀ ਪੰਜਾਬ ਵਾਲੇ। ਮਤ ਸੋਚੋ, ਦੇਸ਼ ਦੀ ਵੰਡ ਹੋ ਗਈ ਸਾਡੇ ਦੀ। ਜਦੋਂ ਦੇਸ਼ ਦੀ ਵੰਡ ਹੋਈ, ਨੁਕਸਾਨ ਕਿਹਦਾ, ਇਹਨਾਂ ਨੂੰ ਕੀ ਫਰਕ ਪਿਆ ਉਹਨਾਂ ਸਟੇਟਾਂ ਨੂੰ। ਵੰਡ ਤਾਂ ਹੋਈ ਪੰਜਾਬ ਦੀ, ਇਹਨਾਂ ਦਾ ਕੁਛ ਵੀ ਨਹੀਂ ਵੰਡ ਹੋਇਆ। ਵੰਡ ਤਾਂ ਸਾਡਾ ਹੀ ਹੋਇਆ, ਹਰੇਕ ਵਾਰੀ ਜੋ ਵੀ ਵੰਡ ਹੋਇਆ। ਚਲੋ ਬਣ ਗਿਆ ਪਾਕਿਸਤਾਨ, ਜੋ ਹੋਣਾ ਸੀ ਹੋ ਗਿਆ, ਉਹ ਵੀ ਇਹਨਾਂ ਦੀ ਨੀਤੀ ਆ, ਨਹਿਰੂ ਦੀ ਤੇ ਜਿਨਾਹ ਦੀ। ਕਿਉਂ ਜਿਨਾਹ ਦਾ ਮੋਹਰੇ ਪਹਿਲਾਂ ਆਉਣਾ ਜ਼ਰੂਰੀ ਸੀ, ਕਿਉਂਕਿ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਸੀ ਉੱਥੇ। ਇਹਨਾਂ ਦੀ ਆਪਸ ਵਿੱਚ ਨੀਤੀ ਆ ਕਿ 2 ਦੇਸ਼ ਬਣਾਉਣੇ ਆ, ਤੂੰ ਉੱਧਰ ਰਾਜ ਕਰਦੇ, ਅਸੀਂ ਇੱਧਰ ਰਾਜ ਕਰਾਂਗੇ। ਇਹ ਹੀ ਹੋਇਆ, ਪਰ ਵੰਡ ਤਾਂ ਪੰਜਾਬ ਹੋਇਆ। ਚਲੋ ਵੰਡ ਹੋ ਗਿਆ, ਉਦੋਂ ਬਾਅਦ ਅੱਗੇ ਚੱਲੀਏ। ਤੁਸੀਂ ਹੁਣ ਜਾਣਦੇ ਆ, ਸਾਰੇ ਨੌਜਵਾਨ ਵੀ ਸਾਰੇ ਜਾਣਦੇ ਆ ਕਿ ਕਸ਼ਮੀਰ ਵੀ, ਹਿਮਾਚਲ ਵੀ, ਕਸ਼ਮੀਰ ਪਹਿਲਾਂ ਨਿਕਲ ਗਿਆ ਵੰਡ ਦੇ ਵਿੱਚ ਹੀ, ਹਿਮਾਚਲ ਤੇ ਹਰਿਆਣਾ, ਇਹ ਸਾਡਾ ਸਾਰਾ ਪੰਜਾਬ ਹੀ ਆ। ਰਾਜਸਥਾਨ ਦੀ ਗੰਗਾ ਨਗਰ ਰਿਆਸਤ ਮਹਾਰਾਜਾ ਗੰਗ ਸਿੰਘ ਦੀ, ਉਹ ਵੀ ਸਾਡੇ ਪੰਜਾਬ ਦਾ ਹਿੱਸਾ ਆ। ਫੇਰ ਵੀ ਸਾਡੇ ਕੋਲ ਬਹੁਤ ਪੰਜਾਬ ਸੀ। ਉਹਦੇ ਵੰਡਣ ਦੇ ਕਾਰਨ ਕੀ ਪਏ ਆ, ਉਹਦੇ ਵੰਡਣ ਦੇ ਕਾਰਨ ਵੀ ਆ ਸਾਡੀਆਂ ਜਿਹੜੀਆਂ ਪਾਰਟੀਆਂ ਇਹੀ ਆ। ਕਾਰਨ ਕੀ, ਉਹਦਾ ਕਾਰਨ ਇਹ ਹੈ ਕਿ ਇਹਨਾਂ ਨੇ ਇਹ ਨਹੀਂ ਸੋਚਿਆ ਸਾਡਾ ਪੰਜਾਬ ਉੱਡਾ ਰਹੂਗਾ, ਪੰਜਾਬੀਅਤ ਹੋਊਗੀ। ਸਾਰੇ ਸਕੂਲਾਂ ਤੱਕ ਜਿਹੜਾ ਅਸੀਂ ਕਹਿੰਦੇ ਇੱਥੋਂ ਬੰਦ ਕਰਤੀ, ਉੱਥੋਂ ਬੰਦ ਕਰਤੀ, ਹੁਣ ਕਸ਼ਮੀਰ 'ਚੋਂ ਬੰਦ ਹੋਇਆ ਪਿੱਛੇ ਬਿੱਲ ਵੀ ਪੰਜਾਬੀ ਨਹੀਂ ਪੜ੍ਹਾਈ ਜਾਊਗੀ। ਤੁਸੀਂ ਆਪਣਾ ਪੰਜਾਬ ਤਾਂ ਪੂਰਾ ਰੱਖੋ, ਕਿਉਂ ਪੰਜਾਬ ਦੇ ਟੋਟੇ ਕਰਾਏ, ਇਹਨਾਂ ਨੇ ਕਰਵਾਏ ਆ। ਕਾਰਨ ਕੀ ਸੀ ਉਹਦਾ, ਕਾਰਨ ਇਹ ਸੀ ਜੇ ਸਾਰਾ ਪੰਜਾਬ ਵਿਸ਼ਾਲ ਜਿੰਨਾ ਕੁ ਪਾਕਿਸਤਾਨ ਤੋਂ ਬਾਅਦ ਰਿਹਾ ਆ, ਤੇ ਸਾਡੇ ਹੱਥ ਹੁਕੂਮਤ ਨਹੀਂ ਆਉਂਦੀ, ਕਿਉਂ ਸਾਰੀਆਂ MP ਸੀਟਾਂ ਲੜ ਹੋਣੀਆਂ ਆ, ਇੱਥੇ 13 ਆ। ਤੇ ਫਿਰ ਜਿਹੜਾ ਵੱਡਾ ਪਾਰਟੀ ਹੋਊਗੀ ਜਾਂ MLA ਦੀ ਸੀਟਾਂ ਵਧਣਗੀਆਂ, ਜਾਂ ਹੁਣ 117 ਉਦੋਂ ਹੋ ਸਕਦਾ 300 ਹੁੰਦੀ, ਹੋ ਸਕਦਾ 300 ਹੁੰਦੀ, ਸ਼ਾਇਦ ਮੇ ਵੀ ਕਹਿ ਲਓ। ਤੇ ਫਿਰ ਇਹਨਾਂ ਹੱਥ ਕੁਰਸੀ ਨਹੀਂ ਆਉਂਦੀ ਸੀ। ਆਖਰਕਾਰ ਨੂੰ ਕਾਰਨ ਉਹੀ ਆਉਂਦੇ ਆ, ਇਹ ਆਪਣੇ ਨਹਿਰੂ ਵਾਲੇ ਤੇ ਜਿਨਾਹ ਵਾਲੇ। ਇਹਨਾਂ ਨੇ ਇੱਥੇ ਆਪਣੀ ਮਨੋਪਲੀ ਕਰਕੇ ਇਹਨੂੰ ਵੰਡ ਕੀਤਾ। ਵੰਡ ਕੌਣ ਹੋਇਆ, ਫੇਰ ਪੰਜਾਬ। ਹੁਣ ਸਾਡੇ ਕੋਲ ਰਹਿ ਕੀ ਗਿਆ, ਸੂਬਾ ਕਾਹਦਾ, ਸੂਬਾ ਤਾਂ ਹੁਣ ਕੋਈ ਨਾ, ਸੂਬੀ ਜੀ ਰਹਿ ਗਈ ਰੇਣਕ। ਇਹਦੇ ਵਿੱਚ ਸਾਡਾ ਫੇਰ ਨਹੀਂ ਸਾਨੂੰ ਟਿਕਣ ਦਿੰਦੇ, ਫੇਰ ਅਧਿਕਾਰ ਨਹੀਂ ਲੈ ਕੇ ਸਾਡੇ ਪੰਜਾਬ ਦੇ ਹੱਕਾਂ ਦੇ ਵਿੱਚ। ਵੀ ਸਾਡੇ ਪੰਜਾਬ ਨੂੰ ਜੋ ਜ਼ਰੂਰਤ ਆ, ਅਸੀਂ ਆਪਣੇ ਚੰਡੀਗੜ੍ਹ ਬੈਠ ਕੇ ਬਿੱਲ ਪਾਸ ਕਰਾਂਗੇ। ਜੋ ਸਾਡੀ ਜਨਤਾ ਨੂੰ ਮਨਜ਼ੂਰ ਆ, ਸਾਡੇ ਕਿਸਾਨਾਂ ਨੂੰ, ਅਸੀਂ ਜੋ ਉਹਨਾਂ ਨੂੰ ਸਹੂਲਤਾਂ ਉਹ ਦੇਵਾਂਗੇ। ਤੁਸੀਂ ਕੌਣ ਵਿੱਚ ਬੋਲਣ ਵਾਲੇ? ਜਿਹੜਾ ਸੈਂਟਰ ਦਾ ਹੱਕ ਆ ਕਿ ਡਿਫੈਂਸ ਉਹਦੇ ਕੋਲ ਆ, ਰੇਲਵੇ ਉਹਦੇ ਕੋਲ, ਰੱਖ ਭਾਈ, ਇਹ ਪੂਰੇ ਇੰਡੀਆ ਦੀ ਚੱਲਦੀ ਆ। ਬਾਕੀ ਤਾਂ ਸਾਨੂੰ ਲੋਕਲ ਖੇਤਰੀ ਪਾਰਟੀਆਂ ਨੇ ਕਰਨਾ ਜੋ ਕਰਨਾ। ਅੱਜ ਵੀ ਨਹੀਂ ਖੜੇ ਹੁੰਦੇ, ਤੁਸੀਂ ਦੇਖਦੇ ਹੀ ਆ। ਜੇ ਸੈਨਾਂ ਦੀ ਆਪਾਂ ਗੱਲ ਕਰ ਲਈਏ, ਬਾਦਲ ਨੇ ਸੈਨ ਕੀਤੇ ਜੀ, ਕੈਪਟਨ ਨੇ ਨਹੀਂ ਕੀਤੇ, ਉਹਨੇ ਵੀ ਕੀਤੇ ਸੈਨ। ਔਰ ਇਹ ਅੱਜ ਤਾਂ ਹੈ ਨਹੀਂ ਵੀ ਮੋਦੀ ਨੇ ਪਰਸੋਂ ਬਣਾਇਆ ਤੇ ਅੱਜ ਪਾਸ ਕਰ ਦਿੱਤਾ। ਉਹ ਕਾਫੀ ਸਮਾਂ ਪਹਿਲਾਂ ਪਲੈਨਿੰਗ ਚੱਲ ਕੇ ਸੈਨ ਹੋ ਗਏ, ਸਾਰਾ ਕੁਝ ਉਹਦਾ ਪੇਸ਼ ਕਰਨ ਦਾ ਦਿਨ ਆ ਗਿਆ ਕਿ ਅਨਾਉਂਸ ਕਰ ਦਿਓ। ਉਹ ਵੀ ਇਹਨਾਂ ਨੇ ਫਾਇਦੇ ਲਏ ਕਰੋਨਾ ਦੇ ਵਿੱਚ ਕਿੰਨੇ ਕੁ ਬਿੱਲ ਪਾਸ ਕਰ ਦਿੱਤੇ ਨੇ ਪਤਾ ਕੋਈ?
ਇੱਕ ਦਿਨ ਦੀ ਗੱਲ ਆ, ਕਹਿੰਦੇ ਵਿਰੋਧੀ ਪਾਰਟੀ ਬੈਠੀ ਨਹੀਂ ਜਿਹਨੇ ਵਿਰੋਧ ਕਰਨਾ, ਔਰ ਇਹਨਾਂ ਦੇ ਆਪਣੇ 8 ਮੈਂਬਰ ਆ ਔਰ ਘੰਟੇ ਦੇ ਵਿੱਚ 7 ਬਿੱਲ ਪਾਸ ਹੋ ਰਹੇ ਆ। ਜਿੱਥੇ ਇੱਕ ਇੱਕ ਬਿੱਲ ਪਾਸ ਕਰ ਲਈ 15 20 ਦਿਨ ਮਹੀਨਾ ਵੀ ਵਿਰੋਧੀ ਪਾਰਟੀਆਂ ਆਪਸ ਵਿੱਚ ਇਜਲਾਸ ਚੱਲਦਾ ਸੀ, ਬਹਿਸ ਹੁੰਦੀ ਰਹਿੰਦੀ ਸੀ, ਫਿਰ ਜਾ ਕੇ ਇੱਕ ਬਿੱਲ ਦਾ ਮਤਾ ਪਾਸ ਹੋਣਾ ਜਾ ਕੇ ਕਿਤੇ, ਉਹ ਵੀ ਘੇਰੀ ਤਰੋੜ ਮਰੋੜ ਕੇ। ਹੁਣ ਅਗਲੀ ਗੱਲ ਕਰ ਲੈਂਦੇ ਆਪਾਂ ਆਰਡੀਨੈਂਸ ਦੀ ਗੱਲ ਕਰ ਲਓ। ਆਰਡੀਨੈਂਸ ਚਲੋ ਸਾਡੇ ਲਈ ਪੰਜਾਬ ਮਾਰੂ ਤਾਂ ਹੈਗੇ ਹੀ, ਹਰਿਆਣੇ ਵਾਸਤੇ ਸਾਰਿਆਂ ਵਾਸਤੇ ਹੈ, ਤਾਂ ਇੰਡੀਆ ਲਈ ਹੈ ਵੈਸੇ। ਉਹਨਾਂ ਸਟੇਟਾਂ ਨੇ ਉਹ ਚੀਜ਼ ਸਮਝੀ ਨਹੀਂ ਹੈਗੀ ਥੋੜ੍ਹੀ ਜਿਹੀ। ਅਸੀਂ ਥੋੜ੍ਹਾ ਕਹਿ ਲਓ ਜਾਗਰਤ ਹੋ ਗਏ ਪਹਿਲਾਂ, ਇੰਨਾ ਕੀ ਫਰਕ ਆ। ਉਹਨਾਂ ਤੋਂ ਪਹਿਲਾਂ ਹੀ ਲਾਗੂ ਹੋਏ ਆ, ਉਸ ਦਾ ਚੀਜ਼ ਨੂੰ ਅਣਗੌਲਿਆਂ ਕਰਕੇ ਬੈਠੇ ਆ ਵੀ ਹੁਣ ਜਿੱਦਾਂ ਜ਼ਿੰਦਗੀ ਚੱਲਦੀ ਇੱਦਾਂ ਹੀ ਚੱਲਣੀ ਆ, ਹੋਰ ਕੁਛ ਨਹੀਂ। ਜੇ ਅਸੀਂ ਇਹਨਾਂ ਨੂੰ ਸਾਡੇ ਹਮਾਇਤੀ ਸਾਡੇ ਹਤੈਸ਼ੀ ਤਾਂ ਕਹਿਣਾ ਸੀ ਬਾਦਲ ਉਹਨਾਂ ਨੂੰ, ਕੈਪਟਨ ਉਹਨਾਂ ਨੂੰ, ਜਿੱਦਣ ਸਹਿਣ ਕੀਤੇ ਸੀ ਇਹਨਾਂ ਨੇ ਉਦਣ ਚਾਹੇ ਉਹ ਬਹੁਮਤ ਲੈ ਜਾਂਦੇ, ਦੋਵਾਂ ਦੇ ਨਾਲ ਕੁਛ ਨਹੀਂ ਹੋਣਾ ਸੀ, ਪਰ ਉਦੋਂ ਉਹਨਾਂ ਨੇ ਸਹਿਣ ਉੱਥੇ ਨਾ ਕਰਕੇ ਆਉਂਦੇ ਔਰ ਆ ਕੇ ਪੰਜਾਬ ਨੂੰ ਜਾਗਰਤ ਕਰਦੇ। ਭਾਈ ਉਹ ਦਿੱਲੀ ਆਹ ਕੰਮ ਹੋ ਚੱਲਿਆ, ਆਹ ਹੋਣ ਲੱਗਾ ਦਿੱਲੀ, ਉਹ ਪਾਸ ਵੀ ਹੋਣਗੇ, ਸਾਡੇ ਦੋਵਾਂ ਦੇ ਨਾਲ ਕੁਛ ਨਹੀਂ ਹੋਣਾ, ਨਾ ਕਰਨਾ, ਦੂਸਰੇ ਪਾਸੇ ਬਹੁਮਤ ਮਿਲ ਜਾਊਗਾ। ਪਰ ਤੁਸੀਂ ਹੁਣ ਸਾਡੇ ਨਾਲ ਖੜੇ ਹੋ ਜਾਓ, ਮੂਹਰੇ ਉਹ ਨਹੀਂ ਲੱਗਣਾ ਸੀ। ਅੱਜ ਮੌਕੇ 'ਤੇ ਆ ਕੇ ਕਹਿਣ ਮੈਂ ਆਹ ਕਰਦਾ, ਮੈਂ ਅਸਤੀਫਾ ਦਿੱਤਾ, ਤੇ ਚੱਲ ਆਇਆ ਆਪਣਾ ਆਪ ਬਚਾਉਣ ਲਈ, ਆਪਣੀ ਕੁਰਸੀ ਬਚਾਉਣ ਲਈ ਆ, ਹੋਰ ਇਦੋਂ ਜ਼ਿਆਦਾ ਇਹਦੇ ਵਿੱਚ ਕੁਛ ਵੀ ਨਹੀਂ ਹੈਗਾ। SGPC ਸਭ ਤੋਂ ਹੁਣ ਮੇਨ ਕਾਰਨ ਹੈ ਆਪਣਾ 2021 ਆ ਗਈ, ਆ ਖਤਮ ਹੋਣ ਲੱਗਾ। ਇਹਦੇ ਲਈ ਲਾਮਬੰਦੀ ਕਰ ਲਓ ਨਾਲ, ਪਹਿਲਾਂ ਹੀ ਜਵਾਨ ਵੀ ਆਪਣੇ ਘਰਾਂ 'ਚ ਵੀ ਸਾਰੇ ਸੱਥਾਂ 'ਚ ਬੈਠ ਕੇ ਗੱਲ ਕਰੋ ਵੀ ਇਹਨਾਂ ਨੂੰ ਉੱਥੋਂ ਲਾਉਣਾ। ਭਾਈ ਬਾਦਲ ਹੁਣਾਂ ਨੂੰ ਲੈ ਗਏ 60% ਖਤਮ, 60% ਖਤਮ, 60 ਦੇ ਵੀ 70। ਇਹ ਬੰਨ ਲਓ ਬੀੜਾ, ਚੱਕ ਲਓ ਅੱਜ ਤੋਂ ਹੀ, ਜੇ ਕੁਛ ਆਪਣੇ ਪੰਜਾਬ ਦਾ ਭਲਾ ਕਰਾਉਣਾ ਆਪਾਂ। ਇਹ ਤਾਂ ਲਿਖੇ ਹੀ ਲਓ ਨਾ ਭਾਈ, ਗਾਂ ਇਹ ਗੱਲ ਨਹੀਂ ਹੋਣ ਦੇਣੀ ਆਪਾਂ, ਜੋ ਮਰਜ਼ੀ ਹੋ ਜਾ। ਚਾਹੇ ਮੈਂ ਦੁਆਬੇ ਦਾ, ਤੁਸੀਂ ਮਾਲਵੇ ਦੇ ਬੈਠੇ, ਕੋਈ ਮਾਝੇ ਦਾ ਬੈਠਾ, ਮਾਝੇ ਵਾਲੇ ਦਾ ਖੈਰ ਆਪਣੇ ਨਾਲੋਂ ਤੇਜ਼ ਆ ਉੱਦਾਂ ਇਸ ਕੰਮ ਲਈ। ਸਾਡਾ ਦੁਆਬਾ ਇਸ ਗੱਲ 'ਚ ਪਿੱਛੇ ਰਹਿ ਜਾਂਦਾ ਥੋੜ੍ਹਾ ਜਿਹਾ। ਸਿਰਫ ਉਹ ਵੀ ਇਸ ਕਰਕੇ ਮੈਂ ਜਿਹੜੀ ਤੁਹਾਨੂੰ ਮਜਬੂਰੀਆਂ ਦੱਸੀਆਂ, ਦੁਆਬੇ ਦੀਆਂ ਮਜਬੂਰੀਆਂ ਬਹੁਤ ਜ਼ਿਆਦਾ, ਜ਼ਮੀਨਾਂ ਛੋਟੀਆਂ, ਉਹਨਾਂ ਨੂੰ ਤੋਰਨੇ ਪੈ ਜਾਂਦੇ ਆ। ਮੇਰਾ ਵੀ ਇੱਕ ਬੇਟਾ ਇਟਲੀ ਆ, ਇੱਕ ਆ ਬੈਠਾ ਸਾਹਮਣੇ। ਪਰ ਅਸੀਂ ਸੋਚਣਾ ਸਾਰਿਆਂ ਨੇ ਰਲ ਕੇ ਹੀ ਆ, ਦੁੱਖ ਸਾਰਿਆਂ ਦਾ ਹੀ ਆ, ਇੱਕ ਮਸਲੇ ਦਾ ਨਹੀਂ ਹੈਗਾ, ਹੱਕਾਂ ਦਾ ਦੁੱਖ ਹੈ ਆਪਣਿਆਂ ਦਾ। ਗੁਰੂ ਸਾਹਿਬ ਦੀ ਗੱਲ ਕਰ ਲਓ, ਗੁਰੂ ਸਾਹਿਬ ਨੇ ਕਹਿਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਹਾਤੋਂ ਨਹੀਂ, ਪਹਿਲਾਂ ਹੀ ਕਰ ਦਿੱਤਾ ਕੰਮ। ਜੇ ਕਰ ਦਿੱਤਾ, ਸਾਡੀ ਹਵਾ ਚੰਗੀ ਆ, ਹਵਾ ਸਾਡੀ ਚੰਗੀ ਆ, ਸਾਹ ਲੈਂਦੇ ਆ, ਉਹਦਾ ਹੀ ਅਸਰ ਆ। ਹੌਲੀ ਹੌਲੀ ਕਰਕੇ ਕਰੂਨੇ ਆਉਣੇ ਆ, ਬਾਕੀ ਗੱਲਾਂ ਹੀ ਆ। ਪਾਣੀ ਸਾਡਾ ਚੰਗਾ ਰਹਿ ਗਿਆ, ਮਾਲਵੇ 'ਚ ਤਾਂ ਜ਼ਿਆਦਾ ਕੰਮ ਖਰਾਬ ਹੋ ਗਿਆ। ਇੱਧਰਲੇ ਪਾਸੇ ਕਹਿੰਦੇ ਇੱਧਰ ਕੈਂਸਰ ਜ਼ਿਆਦਾ, ਕੈਂਸਰ ਦੀ ਕਹਿੰਦੇ ਗੱਡੀ ਜਾਂਦੀ ਪਤਾ ਨਹੀਂ ਰਾਜਸਥਾਨ ਨੂੰ। ਮੈਂ ਨਹੀਂ ਕਦੇ ਉੱਦਾਂ, ਸਾਡੀ ਭੈਣ ਰਾਜਸਥਾਨੀ ਕਿ ਉੱਥੇ ਨੂੰ ਕਈ ਵਾਰੀ ਲੰਘਣਾ ਪੈ ਜਾਂਦਾ, ਪਰ ਮੈਨੇ ਸੁਣਿਆ ਕਿ ਉੱਧਰ ਨੂੰ ਗੱਡੀ ਜਾਂਦੀ, ਉਹਦਾ ਨਾ ਹੀ ਖਰੇ ਕੈਂਸਰ ਟ੍ਰੇਨ ਪਾਤਾ। ਮੈਨੂੰ ਸ਼ਾਇਦ ਮੈਂ ਗਲਤ ਵੀ ਹੋ ਸਕਦਾ, ਹਾਂਜੀ ਇੱਦਾਂ ਹੀ ਆ ਜੀ। ਤਾਂ ਫਿਰ ਤੁਹਾਨੂੰ ਵੀ ਤਾਂ ਦੁੱਖ ਹੋ ਨਹੀਂ ਹੈ ਜਿੰਨੇ ਸਾਨੂੰ ਸਾਡੀਆਂ ਜ਼ਮੀਨਾਂ ਥੋੜ੍ਹੀਆਂ ਹੋਣ ਕਰਕੇ ਜ਼ਿਮੀਂਦਾਰ ਹੋਰ ਕੁਝ ਕਰ ਵੀ ਨਹੀਂ ਸਕਦਾ। ਜਾਂ ਤਾਂ ਉੱਥੇ ਹੀ ਗੱਲ ਘੁੰਮ ਕੇ ਆ ਜਾਂਦੀ, ਮੋਹਾਲੀ ਵਾਲੇ ਭਾਈ ਸਾਹਿਬ ਕਰਕੇ ਗਏ ਸੀ, ਜਾਂ ਤਾਂ ਅਸੀਂ ਗੱਡੀਆਂ ਚਲਾਉਣ ਵਾਲੇ ਹਾਂ, ਕਿਰਤ ਕਰਨ ਵਾਲੇ ਹਾਂ। ਆਖਰਕਾਰ ਨੂੰ ਕਿਰਤ ਤੋਂ ਬਿਨਾਂ ਸਾਡੀ ਸੋਚ ਹੀ ਨਹੀਂ ਹੈਗੀ। ਕਿਰਤ ਕਰਾਂਗੇ ਖਾਵਾਂਗੇ, ਇਹਨਾਂ ਦੀ ਸੋਚ ਅਸੀਂ ਕਿਰਤ ਨਹੀਂ ਕਰਨੀ ਹੈ, ਵੱਢਣਾ ਕਿੱਦਾਂ ਆ। ਅਸੀਂ ਬਾਹਰ ਵੀ ਵੇਚਦੇ, ਮੇਰਾ ਬੇਟਾ ਬਾਹਰ ਗਿਆ, ਉੱਥੇ ਜਾ ਵੀ ਕਿਰਤ ਹੀ ਕਰਦਾ। ਆ ਇੱਥੇ ਬੈਠਾ ਅਸੀਂ ਦੋਨੇ ਜਣੇ ਕਿਰਤ ਕਰਦੇ, ਗੱਡੀ ਚਲਾਉਂਦੇ ਆ। ਮਤਲਬ ਆਪਾਂ ਨੂੰ ਆਪਣਾ ਆਪ ਹੀ ਸੋਚਣਾ ਪੈਣਾ ਹੈ ਵੀ ਆਪਾਂ ਕਰਨਾ ਹੁਣ ਕਿੱਦਾਂ, ਕੀ ਸਾਡਾ ਬਚਾਅ ਹੋ ਸਕਦਾ। ਜਿੱਦਾਂ ਦੀਪ ਭਾਜੀ ਹੁਣੀ ਕਹਿੰਦੇ ਹੁੰਦੇ ਆ ਵੀ ਲੰਮੀ ਸੋਚ ਲਓ ਅਤੇ ਲੰਮਾ ਹੀ ਸੰਘਰਸ਼ ਕਰ ਲਓ, ਅਤੇ ਪੰਜਾਬ ਦੇ ਹੱਕਾਂ ਦੀ 1 ਬਾਈ 1 ਕਰਕੇ ਆਪਾਂ ਸਾਰਾ ਕੁਝ ਲੈ ਬੈਠੀਏ। ਇਕੱਠਾ ਤਾਂ ਨਹੀਂ ਦੇਣਗੇ ਆਪਾਂ ਨੂੰ, ਚਲੋ ਪਹਿਲਾਂ ਕਿਸਾਨੀ ਮੁੱਦਾ ਹੀ ਸਹੀ, ਪਰ ਨਾਲ ਤੋਂ ਬਾਅਦ ਲਾਮਬੰਦੀ ਇੱਥੇ ਤੱਕ ਸਾਡੀ ਹੋ ਜਾਵੇ ਵੀ ਪਹਿਲਾਂ ਤਾਂ ਆ 21 ਦਾ ਕੰਮ ਕਰੋ, ਉਦੋਂ ਬਾਅਦ 22 ਦੇ ਵਿੱਚ ਕਿੰਨੇ ਸੋਹਣੇ ਸਾਨੂੰ ਮੋਢੀ ਮਿਲੇ ਹੋ। ਹੁਣ ਮੇਰਾ ਘਰ ਬਾਹਰ ਦਿਮਾਗ ਦੜਾਉਣ ਦੀ ਲੋੜ ਨਹੀਂ। ਦੀਪ ਸਿੱਧੂ ਹੁਣ ਮੈਂ ਨਹੀਂ ਕਦੇ ਮਿਲਿਆ, ਆ ਪਹਿਲੀ ਵਾਰੀ ਮਿਲਣਾ ਹੁਣ ਇਦੋਂ ਬਾਅਦ ਸਪੀਚ ਤੋਂ। 4 ਤਰੀਕ ਨੂੰ ਉੱਧਰ ਪਿੱਛੇ ਬੈਠ ਕੇ ਅਸੀਂ ਚਲੇ ਗਏ ਸੀਗੇ। ਬਹੁਤ ਕੁਛ ਆ ਸਾਡੇ ਕੋਲ, ਸਾਨੂੰ ਨਿਗਾਹ ਮਾਰਨ ਦੀ ਲੋੜ ਆ। ਸੀਟਾਂ ਕਿੰਨੀਆਂ ਯਾਰ? 117। 30 ਸਾਡੀਆਂ ਜਥੇਬੰਦੀਆਂ ਲਾ ਲਓ, ਕਿਸਾਨ ਜਥੇਬੰਦੀਆਂ ਆਪਣੇ ਤਾਂ ਸਾਰੇ ਹੀ ਸਹੀ ਬੈਠੇ ਆ ਆਪਾਂ, ਕਿ ਐਸੀ ਗੱਲ ਨਹੀਂ ਗਲਤ ਬੈਠੇ ਆ। ਅਸੀਂ ਲਾਡੂਵਾਲ 2-3 ਵਾਰੀ ਹਾਜ਼ਰੀ ਲਵਾਏ ਆ, ਫਗਵਾੜੇ ਵੀ ਧਰਨੇ ਲੱਗੇ, ਉੱਥੇ ਵੀ ਹਾਜ਼ਰੀ ਲਵਾ ਲਈ। ਬਰਾਮ ਲੱਗਾ ਟੂਲ ਪਲਾਜ਼ੇ ਬੰਦ ਕੀਤੇ ਹੋ ਇਸ ਵੇਲੇ। ਹਰ ਥਾਂ ਆਪਾਂ ਠੀਕ ਆ ਆਪਣੀ ਜਗ੍ਹਾ, ਪਰ ਗੱਲ ਇਹ ਕਿ ਆਖਿਰਕਾਰ ਆਪਾਂ ਨੂੰ ਇੱਕ ਟੇਬਲ 'ਤੇ ਆ ਕੇ ਪਹਿਲਾਂ ਆਪਣੀਆਂ ਜਥੇਬੰਦੀਆਂ ਸਾਰੀਆਂ ਵਿੱਚ ਹੀ, ਦੀਪ ਸਿੱਧੂ ਨੇ ਵਿੱਚ, ਚਾਹੇ ਜੋਗਰਾਜ ਵੀ ਹੁਣੀ ਬਹੁਤ ਇਸ ਵੇਲੇ, ਚਾਹੇ ਆਪਣੇ ਖਹਿਰਾ ਜੀ ਕੱਲ੍ਹ ਆ ਕੇ ਉਹਨਾਂ ਦੀ ਵੀ ਮੈਂ ਸਪੀਚ ਸੁਣੀ ਆ, ਮੈਂ ਸੁਣਦਾ ਰਹਿਣਾ, ਬੇਟਾ ਵੀ ਸਾਡਾ ਸੁਣਦਾ ਰਹਿੰਦਾ, ਕਿਉਂਕਿ ਇਹ ਜੁੜੇ ਹੋਏ ਭਾਈ, ਸੁਣਦੇ ਰਹੋ ਤਾਂ ਕਿ ਕੁਛ ਨਾ ਕੁਛ ਤੁਸੀਂ ਜੇ ਕਿਤੇ ਜਾ ਖੜੇ ਹੋਗੇ ਤਾਂ ਵਿਚਾਰ ਵੀ ਪੇਸ਼ ਕਰ ਸਕੋ। ਜਦ ਸੁਣਾਂਗੇ ਇਹਨਾਂ ਦੇ ਵਿਚਾਰ ਤਾਂ ਫਿਰ ਉਹੀ
ਚੱਕ ਲਓ ਤੇ ਰੱਖ ਲਓ, ਗਨ ਲੈ ਜੇ ਲੈ ਉਹ ਲੈ, ਉਹੋ ਹੀ ਰਹਿਣੇ ਦਿਮਾਗ ਦੇ ਵਿੱਚ, ਇੱਥੇ ਵੀ ਉਹੀ ਖੜਕਣੀ ਆਪਣੇ, ਹੋਰ ਤਾਂ ਕੋਈ ਬਦਲੀ ਨਹੀਂ ਹੋਊਗਾ ਮੇਰਾ ਖਿਆਲ ਹੈ। ਇਸ ਕਰਕੇ ਸੋਚਾਂਗੇ ਆਪਾਂ ਕੁਛ ਨਾ ਕੁਛ ਬਦਲਾਂਗੇ, ਪ੍ਰਮਾਤਮਾ ਕਿਰਪਾ ਕਰੂਗਾ, ਆਪਣਾ ਸਾਥ ਦੇਊਗਾ, ਚੜ੍ਹਦੀ ਕਲਾ 'ਚ ਵੀ ਆਪਾਂ ਨੂੰ ਰੱਖੂਗਾ। ਪਰ ਆਪਾਂ ਇੱਥੋਂ ਬੀੜਾ ਚੱਕ ਲਈਏ ਵੀ 21 ਮੇਨ ਟਾਰਗੇਟ ਬਣਾ ਲਓ, 60% ਤਾਂ ਉੱਥੇ ਖਤਮ, ਮਾਂ ਮਾਰਨ ਵਾਲੀ ਗੱਲ ਹੋ ਜਾਣੀ ਹੈ। ਕਿਉਂ? ਕਦੋਂ ਤੋਂ ਚੱਲੇ ਹੋਏ ਆ, ਕੀ ਗੱਲ ਸਾਡੇ ਸੂਝਵਾਨ ਹੈ ਨਹੀਂ ਹੋਰ ਜਿਹੜੇ ਅਕਾਲ ਤਖਤ ਦੇ? ਪਰ ਇੱਥੋਂ ਜੇਬੀ 'ਚੋਂ ਨਿਕਲਣੋਂ ਹਟ ਜੂਗਾ ਜਥੇਦਾਰ ਸਾਡਾ, ਪਹਿਲੀ ਤਾਂ ਇਹੀ ਖਤਮ ਹੋ ਗਈ ਕਹਾਣੀ। ਜਥੇਦਾਰ ਹੁਣੀ ਆਪਣੇ ਕੰਮ ਕਰਨ, ਜੋ SGPC ਦੇ ਅਸੂਲ ਆ। ਐਤਕੀ ਦਾ ਦੇਖੋ ਤੁਸੀਂ ਬਜਟ ਬਣਿਆ SGPC ਦਾ, ਤੁਸੀਂ ਸੁਣਿਆ ਹੋਣਾ, ਪਤਾ ਨਹੀਂ ਕਿੰਨੇ ਅਰਬ ਕਿੰਨੇ ਕਰੋੜ ਦਾ, ਸ਼ਾਇਦ ਤੁਹਾਨੂੰ ਪਤਾ ਹੋਣਾ ਕਈਆਂ ਨੂੰ। ਉਹਨੇ ਨਾਲ ਸਾਡਾ ਪੰਜਾਬ ਚੱਲ ਜਾਵੇ ਯਾਰ, ਮੇਰਾ ਖਿਆਲ ਆ। ਔਰ ਉਦੋਂ ਬਾਅਦ ਇੱਕ ਉਦੋਂ ਆਪਣੇ ਸੁਣਿਆ ਕਿ ਸਾਡੇ ਹਤੈਸ਼ੀਏ ਕਿੱਥੋਂ ਹੋ ਜਾਣਗੇ। ਆਹ ਵੇਰਕਾ 'ਚ ਘੇ ਲੈਣਾ ਸੀਗਾ, ਵੇਰਕਾ 'ਚ ਘੇ ਲੈਣਾ ਸੀ ਤਾਂ SGPC ਨੇ ਆਪਣੀ ਵੇਰਕਾ ਤੋਂ ਨਹੀਂ ਲਿਆ। ਜੇ ਵੇਰਕਾ ਤੋਂ ਲੈਂਦਾ, ਉਹਦੀ ਡਿਮਾਂਡ ਜ਼ਿਆਦਾ ਆ, ਉਹ ਦੁੱਧ ਮਹਿੰਗਾ ਕਰਦੇ ਥੋੜ੍ਹਾ ਜਿਹਾ, 5-10 ਰੁਪਈਏ ਤਾਂ ਸਾਡੇ ਜ਼ਿਮੀਂਦਾਰ ਦੇ ਘਰ ਜਾਂਦੇ। ਉਹ ਮਹਾਰਾਸ਼ਟਰ ਤੋਂ ਆ ਰਿਹਾ, ਕਿਉਂ ਆ ਰਿਹਾ ਬਈ? ਸਾਡੇ ਬਣਦਾ ਨਹੀਂ। ਉੱਥੇ ਕੀ ਆ ਮਹਾਰਾਸ਼ਟਰ ਦੇ ਘੇ ਦੇ ਵਿੱਚ? ਉੱਥੇ ਇਹ ਆ ਕਿ ਟਰੱਕ 1 ਜਾਂ 2 ਆ ਜੂਗੇ ਤੇ ਪੈਸੇ 3 ਜਾਂ 4 ਦੇ ਚਲੇ ਜਾਣਗੇ। ਹਰ ਪਾਸਿਓਂ ਖੋਰਾ ਲੱਗਾ, ਹਰ ਪਾਸਿਓਂ ਵੱਢਣਾ, ਗੜਾਸਾ ਲਾਇਆ ਉਹਨੇ, ਜਿਹਨੂੰ ਆਪਾਂ ਦਾਤ ਕਹਿ ਲੈਣੇ, ਕੋਈ ਗੜਾਸਾ ਕਹਿੰਦਾ, ਕੁਛ ਕਹਿ ਦਿੰਦਾ, ਆਪਣੇ ਆਪਣੇ ਏਰੀਏ ਹਿਸਾਬ ਨਾਲ। ਦਾਤ ਕਹਿ ਲਓ, ਗੜਾਸਾ ਲਾਤਾ, ਵੱਢ ਲਓ ਜਿੱਥੋਂ ਵੱਢ ਹੁੰਦਾ। ਉਹ ਪੈਸਾ ਵਰਤਣਾ ਕਿੱਥੇ ਆ? ਇਲੈਕਸ਼ਨਾਂ ਤੇ। ਇਸ ਕਰਕੇ ਇਸ ਵੇਲੇ ਤਾਂ ਉੱਪਰ ਤੱਕ ਵੀ ਆਪਣੇ ਯਕੀਨ ਚੱਕੇ ਹੋਏ ਆ SGPC ਤੱਕ। ਇਸ ਕਰਕੇ ਪਹਿਲਾਂ ਹੁਣ ਕੁਦਰਤੀ ਪਰਮਾਤਮਾ ਦੀ ਕਿਰਪਾ ਨਾਲ ਪਹਿਲਾਂ ਉਹ ਆ ਰਹੀਆਂ, ਪਹਿਲਾਂ ਉਹੀ ਕੰਮ ਕਰ ਲਈਏ ਆਪਾਂ ਸਾਰੇ ਜਣੇ। ਘਰ ਘਰ ਬੈਠ ਕੇ ਆਪਣੇ ਬਜ਼ੁਰਗਾਂ ਨੂੰ ਵੀ ਸਮਝਾਈਏ, ਜਿਹੜੇ ਕਹਿੰਦੇ ਪੱਕੇ ਗੱਲ ਨਹੀਂ, ਉਹਨਾਂ ਨੂੰ ਸਮਝਾਓ ਘਰ ਬੈਠ ਕੇ, ਬਾਬਾ ਐਤਕੀ ਨਾ ਕਰਦੇ ਕਿਤੇ, ਚੱਲਿਆ ਪੰਜਾਬ ਆਪਣਾ ਖਤਮ ਹੋਣ ਲੱਗਾ, ਬਚਾ ਲਓ ਇਹਨੂੰ, ਬਚਾ ਹੁੰਦਾ ਤਾਂ ਬਚ ਜੂਗਾ ਮੇਰਾ ਖਿਆਲ, ਉੱਦਾਂ ਤਾਂ ਨਹੀਂ ਬਚਣ ਲੱਗਾ ਜੀ। ਪਹਿਲਾਂ ਸਟੈਪ ਇਹ। ਦੂਜਾ ਉਹ ਦੀਪ ਸਿੱਧੂ ਹੁਣੀ ਮਿਲ ਗਿਆ, ਹੋਰ ਮਿਲ ਗਿਆ ਜੋਗਰਾਜ ਨੂੰ। ਕੱਲ੍ਹ ਖਹਿਰਾ ਜੀ ਆ ਗਏ, ਮੈਨੂੰ ਬੜੀ ਖੁਸ਼ੀ ਵੀ ਖਹਿਰਾ ਵੀ ਆਇਆ ਕੱਲ੍ਹ ਇੱਥੇ ਆਪਣੇ ਇੱਥੇ ਸਪੀਚ ਦੇਗਾ, ਬਹੁਤ ਵਧੀਆ ਸਪੀਚ ਕੀਤੀ ਉਹਨਾਂ ਨੇ। ਉਦੋਂ ਬਾਅਦ ਹੋਰ ਬੜੇ ਹੈਗੇ ਆ ਜਿਹੜੇ ਲੀਡਰ ਉਸ ਪਾਰਟੀ 'ਚ ਰਹਿੰਦੇ ਹੋਏ ਉਹਨੂੰ ਭੰਡ ਕੇ ਬਾਹਰ ਆਏ ਆ, ਉਹਦੀਆਂ ਨਲੈਕੀਆਂ ਦੱਸ ਕੇ ਆਏ, ਉਹਦੀਆਂ ਮਾੜੀਆਂ ਗੱਲਾਂ ਦੱਸ ਕੇ ਆਪ ਨਿਕਲੇ। ਆਪਣੇ ਕੋਲ ਬਹੁਤ ਕੁਛ ਆ। ਮੈਂ ਗੱਲ ਕਰ ਰਿਹਾ ਸੀਗਾ ਕਿ ਮੈਂਬਰ ਸਾਨੂੰ 117 ਚਾਹੀਦੇ ਸੀਟਾਂ ਤੇ MLA ਲੜਨ ਲਈ, ਸਾਡੇ 'ਚ ਹੈ ਨਹੀਂ ਯਾਰ ਕਿਤੇ ਪੂਰੇ ਪੰਜਾਬ ਦੇ ਵਿੱਚ ਇਹੀ ਆ ਇਕੱਲੇ। 30 ਸਾਡੀਆਂ ਜਥੇਬੰਦੀਆਂ ਹੋ ਗਈਆਂ, ਲਓ 1 ਮਿੰਟ ਲਈ ਗਿਣਨ ਲਈ ਆ, 30 ਜਣੇ ਹੋ ਗਏ। ਕੋਈ ਜਥੇਬੰਦੀ ਦਾ ਪ੍ਰਧਾਨ ਹੋਰ ਬਣ ਜਾਊ, ਉਹ ਗਾਂਹ ਤੁਰ ਪੈਣਗੇ। ਆਪਣੇ ਭਾਈ ਸਾਹਿਬ ਸਾਹਮਣੇ ਖੜੇ, ਸਿੱਧੂ ਸਾਹਿਬ ਹੁਣੀ, ਹੋਰ ਖੜੇ ਆ, ਹੋਰ ਬੜੇ ਲੀਡਰ ਵਿੱਚ ਜਿਹੜੇ ਚੰਗੇ ਲੀਡਰ ਆ, ਜਿਹੜੇ ਆਪਣੇ ਤੌਰ 'ਤੇ ਕੰਮ। ਜਿਹੜਾ ਲੀਡਰ ਆ ਕੇ ਸਾਡੇ ਨਾਲ ਇੱਥੇ ਬਹਿ ਕੇ ਕਰਦਾ ਗੱਲ, ਆਪਣਾ ਝੰਡਾ ਛੱਡ ਕੇ, ਉਹ ਸਾਡੇ ਲਈ ਮਨਜ਼ੂਰ ਆ, ਉਹਨੂੰ ਮਨਜ਼ੂਰ ਗਿਣਾਂਗੇ। ਪਰ ਜਿਹੜੇ ਅੰਦਰ ਵੀ ਸਾਫ਼ ਆ ਤਾਂ ਉਹਨਾਂ ਚਿਰ ਨਹੀਂ। ਸਾਨੂੰ ਅੰਦਰ ਦਾ ਨਹੀਂ ਪਤਾ ਕਿਸ ਚਾਲ 'ਚ ਆ ਕੇ ਬੈਠ ਗਿਆ 1-2 ਵਾਰੀ, ਪਰ ਉਹਦੇ ਅੰਦਰ ਤੱਕ ਆਪਾਂ ਨੂੰ ਝਾਕ ਲੈਣਾ ਚਾਹੀਦਾ। ਪਰ ਸਰਕਾਰ ਬਣ ਜਾਊਗੀ, ਸਰਕਾਰ ਬਣ ਜੂਗੀ, ਖਤਮ ਹੋ ਜਾਣਗੇ ਤੇ ਸਾਡੇ ਪੰਜਾਬ ਦਾ ਭਲਾ ਹੋ ਜਾਊਗਾ। ਕੋਈ ਵੀ ਨਵੀਂ ਪਾਰਟੀ ਦਾ ਨਾਂ ਪੰਜਾਬ 'ਚ ਰੱਖ ਕੇ ਉਹਨੂੰ ਹੀ ਕਾਮਯਾਬ ਕੀਤਾ, ਜਿਹੜੀ ਸਾਡੇ ਹਤੈਸ਼ੀ ਕਿਸਾਨਾਂ ਮਜ਼ਦੂਰਾਂ ਦੀ ਲੋਹ ਵਰਗ ਦੀ ਹੋਵੇ, ਤਾਂ ਹੀ ਸਾਡਾ ਭਲਾ ਹੋਣਾ ਹੈ। ਮੇਰਾ ਖਿਆਲ ਆਪਾਂ ਉੱਦਾਂ ਬਚ ਨਹੀਂ ਸਕਦੇ, ਬਚਣਾ ਆਪਾਂ ਇਹਨਾਂ ਤੋਂ ਹੀ ਆ। ਕਿਉਂ? ਅਸੀਂ ਭੇਜੇ ਸੀ, ਅਸੀਂ ਦੇਖ ਲਿਆ, ਸਾਨੂੰ ਸੁਰਤ ਹੀ ਨਹੀਂ ਆਉਣ ਦਿੱਤੀ। ਸੁਰਤ ਕਹਿ ਲਓ, ਜਾਂ ਸਾਡੇ ਬਜ਼ੁਰਗ ਪਹਿਲਾਂ, ਹੁਣ ਗਾਹਾਂ ਨਵੀਂ ਪੀੜ੍ਹੀ ਪੜ੍ਹੀ ਹੋਈ ਆ ਥੋੜ੍ਹਾ ਜਿਹਾ। ਪਹਿਲੇ ਬਜ਼ੁਰਗ ਸੀ ਵਿਚਾਰੇ, ਉਹ ਸਾਫਾ ਮੋਢੇ 'ਤੇ ਰੱਖ ਕੇ ਨਾਲ ਚੱਕਿਆ ਬਨੈਣ 'ਤੇ ਕੱਛਾ 'ਤੇ ਉੱਥੇ ਚੱਲ ਗਏ ਧਰਨਾ ਲਾਉਣ। ਇੱਦਾਂ ਚੱਲਦਾ ਰਿਹਾ, ਮੈਂ ਸੁਣਿਆ। ਮੈਂ ਉਹਨਾਂ ਧਰਨਿਆਂ 'ਤੇ ਨਹੀਂ ਕਦੇ ਗਿਆ, ਪਹਿਲੀ ਵਾਰੀ ਆ ਰਿਹਾ। ਉੱਦਾਂ ਆਪਣੇ ਏਰੀਏ 'ਚ ਮੈਂ ਦੁਆਬੇ 'ਚ ਗਿਆ, ਪਰ ਇੱਥੇ ਕਹਿ ਲਓ 4 ਤਰੀਕ ਨੂੰ ਆਇਆ ਸੀ ਅਤੇ ਅੱਜ ਇੱਥੇ ਹੁਣ ਫਿਰ ਪਹੁੰਚਿਆ। ਸੋਚਾਂਗੇ ਆਪਾਂ, ਸੋਚ ਲਓ, ਜਿੰਨਾ ਸੋਚਣ ਦਾ ਸੋਚੋ। ਟਾਰਗੇਟ ਬਣਾ ਲਓ ਵੀ 21 ਆ ਗਈ ਭਾਈ। ਇਹ ਤਾਂ ਆਪਣਾ ਮੋਰਚਾ ਚੱਲਦਾ ਰਹਿਣਾ, ਮੋਰਚੇ 'ਚ ਆਪਾਂ ਹਾਜ਼ਰੀਆਂ ਵੀ ਲਾਉਂਦੇ ਰਹਿਣਾ, ਬਾਕੀਆਂ ਨੂੰ ਵੀ ਨਾਲ ਰਲਾਉਣਾ। ਜਿੱਦਣ ਆਪਣਾ ਇੱਕ ਮੰਚ ਹੋ ਗਿਆ, ਧਰਨੇ ਫੇਰ ਵੀ ਅਲੱਗ-ਅਲੱਗ ਦੇਣੇ ਹੀ ਪੈਣੇ ਆ। ਕਿ ਸਭ ਕਿੱਦਾਂ ਸਿਖਾਉਣਾ? ਕੋਈ ਆਪਾਂ ਕਿਤੇ ਕੰਮ ਕਰ ਰਹੇ ਹਾਂ, ਹੁਣ ਲੋਧੂਵਾਲ ਵਾਲਾ ਪਲਾਜ਼ਾ ਸਭ ਤੋਂ ਮਹਿੰਗਾ ਦਿੱਲੀ ਤੱਕ ਲੋਧੂਵਾਲ ਵਾਲਾ ਪਲਾਜ਼ਾ ਸੀ, ਤੁਹਾਨੂੰ ਪਤਾ, ਆਪਾਂ ਨੂੰ ਤਾਂ ਪਤਾ ਹੀ ਆ ਕਿ ਅਸੀਂ ਉੱਧਰੋਂ ਆਉਂਦੇ ਹਾਂ। ਔਰ ਉਹ ਵੀ ਬੰਦ ਆ ਬਹੁਤ ਦਿਨਾਂ ਤੋਂ, ਲੱਗਦਾ ਹੀ ਨਹੀਂ। ਬਰਾਮ ਵਾਲਾ ਵੀ ਬੰਦ ਕੀਤਾ ਆ, ਉੱਥੇ ਵੀ 500-700 ਦਾ ਇਕੱਠ ਹੁੰਦਾ ਆ। ਪਰ ਇੱਧਰ ਜਿੱਦਾਂ ਚਲੋ ਆਪਣੇ ਦੀਪ ਸਿੱਧੂ ਹੋਣੀ ਜਦੋਂ ਅਨਾਉਂਸ ਕਰਦੇ, ਅੱਜ ਇਕੱਠ ਘੱਟ ਸੀਗਾ, ਪਰ ਕਪੂਰਥਲੇ ਨੂੰ ਸੱਦਾ ਦਿੱਤਾ ਸੀ, ਉਹਦੇ ਕਰਕੇ ਸਪੈਸ਼ਲ ਆਏ ਵੀ ਅੱਜ ਕਪੂਰਥਲੇ ਨੂੰ ਸੱਦਾ ਨਾ ਜਾਈਏ ਤਾਂ ਚੰਗਾ ਨਹੀਂ। ਉੱਦਾਂ ਨਹੀਂ ਤਾਂ ਬੰਦਾ ਸੋਚ ਕੇ ਵੀ ਕਈ ਵਾਰੀ ਆ ਜਾਂਦਾ ਵੀ ਅੱਜ ਸਪੀਚ ਕਿਹਦੀ, ਜਿੱਦਾਂ ਕੱਲ੍ਹ ਚਲੋ ਖਹਿਰਾ ਸਾਹਿਬ ਨੇ ਆਉਣਾ ਸੀਗਾ ਜਾਂ ਕਿਸੇ ਦਿਨ ਇਸ ਦਿਨ ਵੀ ਉਦਣ ਚੱਲਦੇ ਪਏ, ਪਰ ਅੱਜ ਸੱਦਾ ਸਪੈਸ਼ਲ ਕਪੂਰਥਲੇ ਜ਼ਿਲ੍ਹੇ ਦਾ ਸੀ 16 ਤਰੀਕ। ਇਸ ਕਰਕੇ ਮੈਂ ਕਿਹਾ ਵੀ ਆਪਾਂ ਨੂੰ ਜ਼ਰੂਰ ਜਾਣਾ ਚਾਹੀਦਾ ਹੈਗਾ। ਤੇ ਸੋਚੋ ਯਾਰ, ਜਿੰਨਾ ਸੋਚ ਹੁੰਦਾ ਸੋਚੋ, ਤਾਂ ਕਿ ਆਪਣਾ ਕੋਈ ਭਲਾ ਹੋ ਜਾਏ, ਬਚਾਅ ਹੋ ਜਾਏ, ਆਉਣ ਵਾਲੀਆਂ ਸਾਡੀਆਂ ਪੁਸ਼ਤਾਂ ਦਾ ਭਲਾ ਹੋ ਜਾਏ। ਨਹੀਂ ਤਾਂ ਆਪਾਂ ਨੂੰ ਹੀ ਗਾਲਾਂ ਕੱਢਣਗੇ। ਹਾਂ, ਜਿਹਦੀ ਕਿਸਮਤ 'ਚ ਉਹ ਬਾਣੀ ਦੇ ਵਿੱਚ ਆਉਂਦਾ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਹ ਗੱਲ ਤਾਂ ਹੈਗੀ ਆ, ਆਪਾਂ ਉਹ ਦੋਸ਼ ਨਹੀਂ ਕਿਸੇ ਨੂੰ ਦੇ ਸਕਦੇ। ਇੱਕ ਬੰਦਾ
ਮਹਾਰਾਸ਼ਟਰ ਦੇ ਵਿੱਚ, ਪੂਨੇ ਦੇ ਵਿੱਚ, ਦੇਸ਼ ਦੇ ਉਧਰਲੇ ਪਾਸੇ ਨੌਕਰੀ ਕਰਦਾ, ਇਹ ਮਸਾਲਾ ਹੁੰਦੀਆਂ ਜਾ ਕੇ ਜੌਬ ਇੰਡੀਆ ਦੀ ਹੀ ਕਰ ਰਿਹਾ ਆ, ਜੌਬ ਇੰਡੀਆ ਦੀ ਹੀ ਕਰ ਰਿਹਾ। ਉਹਨੂੰ ਕੱਲ੍ਹ ਨੂੰ ਚਾਹੇ ਉਹਨੂੰ ਫੌਜ ਮਹਿਕਮਾ ਲੈ ਲਓ, ਕੋਈ ਲੈ ਲਓ, ਚਾਹੇ ਕੋਈ ਮਲਟੀਨੈਸ਼ਨਲ ਕੰਪਨੀ ਦੀ ਗੱਲ ਕਰੀ, ਉਹ ਕੱਲ੍ਹ ਨੂੰ ਉਹਨੂੰ ਲੈਟਰ ਰਾਤ ਨੂੰ ਮਿਲਦੀ ਜਾਂ ਫੌਜ ਦੀ ਪੋਸਟਿੰਗ ਆਉਂਦੀ ਵੀ ਤੂੰ ਕਸ਼ਮੀਰ ਜਾਣਾ, ਉਹਦਾ ਕੋਈ ਉਹ ਨਹੀਂ ਹੈਗਾ, ਉਹਨੂੰ ਜਾਣਾ ਹੀ ਪੈਣਾ ਆ। ਕਿਰਤ ਨਾਨਕ ਜੀ ਨੇ ਕਹਿ ਲਿਖਤਾ ਬਾਣੀ ਜਾ ਗਿਆ, ਨੱਕ ਨੱਥ, ਜਿੱਦਾਂ ਅਸੀਂ ਨੱਕ ਨੱਥ ਪਸ਼ੂ ਦੇ ਅਸੀਂ ਨੱਕ 'ਚ ਨੱਥ ਪਾਉਂਦੇ ਹਾਂ, ਅਸੀਂ ਉਹਦੀ ਤੁਣਕ ਖਿੱਚਦੇ ਹਾਂ ਅਤੇ ਜਿੱਧਰ ਨੂੰ ਪਸ਼ੂ ਨੂੰ ਮਰਜ਼ੀ ਮੋੜ ਲੈਂਦੇ ਹਾਂ, ਚਾਹੇ ਉਹਨੂੰ ਸੁਹਾਗੇ ਜੋੜਿਆ, ਹਲ ਜੋੜਿਆ, ਗੱਡੇ ਜੋੜਿਆ, ਉੱਧਰ ਨੂੰ ਮੁੜਦਾ ਨਾ। ਠੀਕ ਹੈ ਜੀ। ਅਤੇ ਉਹ ਜਿਹੜੀ ਸਾਡੀ ਨੱਥ ਆ, ਨੱਕ ਦੇ ਵਿੱਚ ਨੱਥ ਆ, ਉਹ ਮਾਲਕ ਦੇ ਹੱਥ ਵਿੱਚ ਆ, ਮਤ ਸੋਚੋ ਕਿਸੇ ਦੇ ਹੱਥ 'ਚ ਆ। ਕੋਈ ਸਾਨੂੰ ਮੋੜਨਾ ਨਹੀਂ ਸਕਦਾ, ਅਸੀਂ ਆਪ ਮੁੜਾਂਗੇ ਜਾਂ ਸਾਨੂੰ ਪਰਮਾਤਮਾ ਸਾਡੀ ਕਿਰਤ ਧੱਕੇ ਦੇ ਰਹੇ, ਉਹਨੇ ਸਾਨੂੰ ਅਗਲੇ ਟਾਈਮ 'ਚ ਕਿੱਥੇ ਲੈ ਕੇ ਜਾਣਾ, ਉਹ ਸਾਨੂੰ ਲੈ ਕੇ ਜਾਂਦੀ, ਧੱਕਾ ਦੇ ਕੇ ਉਹਦੀ ਪੋਸਟਿੰਗ ਹੋ ਜਾਂਦੀ ਆ, ਅਸੀਂ ਹੋਰ ਥਾਂ ਜਾ ਕੇ ਕੰਮ ਕਰਨ ਲੱਗ ਪੈਂਦੇ ਹਾਂ। ਉਹ ਸਾਡੀ ਪੋਸਟਿੰਗ ਹੁੰਦੀ ਆ ਕਿ ਅਸੀਂ ਉੱਥੇ ਦਾਣੇ ਖਾਣੇ, ਅਗਲਾ ਪ੍ਰਸ਼ਾਦਾ ਸਾਡਾ ਉੱਥੇ ਲਿਖਿਆ ਹੋਇਆ ਆ। ਅੱਜ ਮੈਨੂੰ ਪਤਾ ਮੈਂ ਇੱਥੇ ਆ ਕੇ ਪ੍ਰਸ਼ਾਦਾ ਛਕਣਾ, ਆਪਣੇ ਤੌਰ 'ਤੇ ਹੀ ਕਦੇ ਆਏ ਇੱਥੇ ਪ੍ਰਸ਼ਾਦਾ ਛਕਣਾ, ਕੋਈ ਕਾਰਨ ਬਣ ਗਿਆ ਉਹਦਾ, ਇੱਥੇ ਇਕੱਠੇ ਹੋਣਾ ਪੈ ਗਿਆ, ਇਸ ਕਰਕੇ ਅਸੀਂ ਪ੍ਰਸ਼ਾਦਾ ਛਕ ਰਹੇ ਹਾਂ ਅੱਜ ਇੱਥੇ ਦਾ, ਅਤੇ ਸਾਰਾ ਕੁਝ ਵੀ ਕਰ ਰਹੇ, ਪਰ ਨਾਲ ਤੁਹਾਡੇ ਨਾਲ ਗੱਲਾਂ ਸਾਂਝੀਆਂ ਵੀ ਹੋ ਗਈਆਂ। ਪਰ ਸੋਚੋ 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 ਵਾਲੀ ਗੱਲ, ਬਾਰ-ਬਾਰ ਸੋਚੋ। ਆਹ ਲਿਖਿਆ ਹੋਇਆ ਇੱਥੇ ਆਪਣੇ ਦੇ ਮੇ ਕਿਲ ਮੀ, ਵੀ ਤੁਸੀਂ ਮੈਨੂੰ ਮਾਰ ਸਕਦੇ ਹੋ, ਮੈਨੂੰ ਮਾਰ ਸਕਦੇ, ਬਟ ਦੇ ਕੈਨਟ ਕਿਲ ਮਾਈ ਆਈਡੀਆਜ਼। ਉਹ ਮੇਰੇ ਸਿਧਾਂਤ ਨੂੰ, ਮੇਰੇ ਆਈਡੀਆ ਨੂੰ ਨਹੀਂ ਖਤਮ ਕਰ ਸਕਦੇ, ਮੈਨੂੰ ਮਾਰ ਸਕਦੇ ਆ, ਹੋਰ ਇੱਦੋਂ ਮੈਨੂੰ ਕੁਛ ਵੀ ਕਰ ਸਕਦੇ ਆ, ਪਰ ਮੇਰੇ ਆਈਡੀਆ, ਸਿਧਾਂਤ ਜਾਂ ਮੇਰੇ ਮਨੋਬਲ ਨੂੰ ਨਹੀਂ ਕੋਈ ਵੀ ਤੋੜ ਸਕਦਾ। ਉਦੋਂ ਬਾਅਦ ਨੈਕਸਟ ਐਵੇਂ ਆ, ਦੇ ਕੈਨ ਕ੍ਰਸ਼ ਮਾਈ ਬੋਡੀ, ਉਹ ਮੇਰੀ ਬੋਡੀ ਨੂੰ ਕੁਛ ਵੀ ਕਰ ਸਕਦੇ ਆ, ਤੋੜ ਫੋੜ ਕਰ ਸਕਦੇ, ਭੰਨ ਕਰ ਸਕਦੇ ਆ, ਉੱਤੇ ਕੁਛ ਵੀ ਕਰ ਸਕਦੇ, ਮੈਨੂੰ ਫੱਟੜ ਕਰ ਸਕਦੇ, ਜਿਸ ਨਾਲ ਸਰਦਾਰ ਜੀ ਗੱਲ ਹੀ ਸੁਣਾ ਕੇ ਗਏ ਆਪਾਂ ਨੂੰ ਮੌਕੇ 'ਤੇ। ਅੱਜ ਇਦੋਂ ਜ਼ਿਆਦਾ ਕੁਛ ਨਹੀਂ ਹੋ ਸਕਦਾ, ਹੈ ਨਾ। ਬਟ ਦੇ ਵਿਲ ਨਾਟ ਬੀ ਏਬਲ ਟੂ ਕ੍ਰਸ਼ ਮਾਈ ਸਪਿਰਿਟ, ਉਹ ਮੇਰੀ ਸਪਿਰਿਟ, ਮੇਰੇ ਸਿਧਾਂਤ, ਮੇਰਾ ਸਾਰਾ ਕੁਝ, ਉਹ ਨਹੀਂ ਉਹ ਮੇਰਾ ਤੋੜ ਸਕਦੇ। ਅਤੇ ਪੰਜਾਬ ਵੀ ਤਾਂ ਹੈ ਹੀ ਇੱਦਾਂ ਦੇ ਯਾਰ। ਇੱਕ ਦਿਨ ਮੈਂ ਇੱਕ ਮਸਕੀਨ ਜੀ ਦੀ ਸੁਣ ਰਿਹਾ ਸੀ, 2 ਮਿੰਟ ਦੀ ਵਿਚਾਰ ਸੀ ਉਹਨਾਂ ਦੀ। ਉਹ ਕਹਿੰਦੇ ਮੈਂ ਟ੍ਰੇਨ 'ਚ ਸਫ਼ਰ ਕਰਦਾ ਸੀਗਾ, ਟ੍ਰੇਨ 'ਚ ਸਫ਼ਰ ਕਰਦਿਆਂ ਕੀ ਹੋਇਆ, ਕਹਿੰਦੇ ਇੱਕ ਆ ਕੇ ਹਿੰਦੂ ਮਤ ਦਾ ਬੰਦਾ ਮੇਰੇ ਕੋਲ ਬੈਠਾ, ਕਹਿੰਦਾ ਤੁਸੀਂ ਕੀ ਕਰਦੇ ਹੋ, ਕਾਨਪੁਰ ਨੂੰ ਜਾ ਰਹੇ ਸੀ, ਕਹਿੰਦਾ ਮੈਂ ਕਾਨਪੁਰ ਮੇਰਾ ਦੀਵਾਨ ਆ। ਕਹਿੰਦੇ ਤੁਹਾਨੂੰ ਪਤਾ ਤੁਹਾਡੀ ਕੌਮ ਕਿੰਨੀ ਕੁ ਆ, ਤੁਹਾਡੀ ਤਾਂ ਕੁਛ ਵੀ ਉਹ ਹੈ ਨਹੀਂ ਗੀ, ਅਸੀਂ ਤਾਂ ਤੁਹਾਨੂੰ ਝੱਟ ਖਤਮ ਕਰ ਦਿਆਂਗੇ। ਕਹਿੰਦੇ ਅਸੀਂ ਬੋਧੀਆਂ ਨੂੰ ਖਤਮ ਕੀਤਾ ਸੀ ਇੰਡੀਆ ਦੇ ਵਿੱਚੋਂ, ਆਖਿਆ ਅਸੀਂ 12 ਲੱਖ ਬੋਧੀ ਮਾਰੇ ਸੀਗੇ, ਬੁੱਧ ਧਰਮ ਦੇ ਬੋਧੀ ਜਿਹੜੇ 12 ਲੱਖ ਮਾਰੇ ਸੀ, ਔਰ ਇੰਡੀਆ ਦੇ ਵਿੱਚੋਂ ਸਾਰੇ ਉਹਨਾਂ ਦੇ ਟੈਂਪਲ ਰਹੇ ਵੀ, ਬੀਜਨਾਸ਼ ਨਹੀਂ ਕਿਸੇ ਚੀਜ਼ ਦਾ ਹੁੰਦਾ, ਉਹਨਾਂ ਦੇ ਟੈਂਪਲ ਵੀ ਢਾਹ ਦਿੱਤੇ ਗਏ ਸੀ। ਇਹਨਾਂ ਨੇ ਮੁਗਲਾਂ ਨਾਲੋਂ ਘੱਟ ਕੀਤੀ, ਜੇ ਕਹਿੰਦੇ ਆ ਕਿ ਮੁਗਲਾਂ ਨੇ ਆ ਕੇ ਸਾਡੇ ਮਸਜਿਦਾਂ ਬਣਾ ਦਿੱਤੀਆਂ, ਇਹਨਾਂ ਨੇ ਕਦੋਂ ਘੱਟ ਕੀਤੀ ਆ। ਉਹ 12 ਲੱਖ ਬੋਧੀ ਛੋਟੀ ਜਿਹੀ ਗੱਲ ਨਹੀਂ, ਖਤਮ ਆ। ਔਰ ਜਿਹੜੇ ਬੋਧੀ ਬਚੇ ਉਹ ਮੁੜ ਕੇ ਇੱਥੋਂ ਸ਼ਰਨ ਲਈ ਜਾ ਕੇ, ਕੋਈ ਕਿਤੇ ਚਲਿਆ, ਕੋਈ ਕਿਤੇ ਚਲਿਆ, ਜਾਪਾਨ ਚਲਿਆ, ਕਿਤੇ ਜਾ ਕੇ ਉਹਨਾਂ ਨੇ ਸ਼ਰਨਾਂ ਲਈਆਂ, ਫਿਰ ਉਹ ਮੁੜ ਕੇ ਡਿਵੈਲਪ ਹੋਇਆ। ਅਤੇ ਸਾਡੀ ਡਿਵੈਲਪਮੈਂਟ ਆ ਗਈ। ਡਿਵੈਲਪਮੈਂਟ ਸਾਡੀ ਕਾਹਦੀ ਹੋਈ ਆ, ਅਸੀਂ ਆਹ ਡਿਵੈਲਪ ਕਰਦਾ, ਆਹ ਰੋਡ ਬਣਾਤੇ, ਹਾਈਵੇ ਬਣਾਤੇ, ਇਹ ਤਾਂ ਬਿਲਡਿੰਗਾਂ ਦੀ ਡਿਵੈਲਪਮੈਂਟ ਆ। ਸਿਸਟਮ ਦੀ ਡਿਵੈਲਪਮੈਂਟ ਚਾਹੀਦੀ ਸਾਨੂੰ। ਜੇ ਸਿਸਟਮ ਦੀ ਡਿਵੈਲਪਮੈਂਟ ਹੋਊਗੀ ਤਾਂ ਅਸੀਂ ਪਹਿਲਾਂ ਵਾਂਗ ਵੀ ਚੱਲ ਪਾਂਗੇ, ਕੋਈ ਫਰਕ ਨਹੀਂ ਪੈਂਦਾ। ਪਰ ਸਿਸਟਮ ਡਿਵੈਲਪਮੈਂਟ ਹੋਊਗਾ, ਸਾਨੂੰ ਸੁਖੀ ਕਰ ਦਊਗਾ, ਅਸੀਂ ਸੁੱਖ ਮਾਣ ਲਾਂਗੇ। ਡਿਵੈਲਪਮੈਂਟ ਬਿਲਡਿੰਗਾਂ ਦੀ ਆ, ਮੈਂ ਆਹ ਬਣਾਤਾ, ਅਸੀਂ ਛੋਟੇ ਘਰ 'ਚ ਵੀ ਰਹਿ ਸਕਦੇ ਹਾਂ। ਤੇਰੇ ਵੱਡੇ ਦਫ਼ਤਰ ਜਾ ਕੇ ਜੇ ਉੱਥੇ ਅਫਸਰ ਸਹੀ ਬੈਠਾ ਛੋਟੇ ਘਰ 'ਚ, ਸਾਨੂੰ ਫੈਸਲਾ ਸਹੀ ਦਿੰਦਾ, ਸਾਨੂੰ ਉਹ ਮਨਜ਼ੂਰ ਆ। ਤੇਰੀ ਬਿਲਡਿੰਗ ਵੱਡੀ, ਅਫਸਰ ਚੰਗਾ ਨਹੀਂ, ਸਾਨੂੰ ਮਨਜ਼ੂਰ ਨਹੀਂ ਹੈਗਾ। ਇਹ ਚੀਜ਼ਾਂ ਆਪਾਂ ਨੂੰ ਸੋਚਣੀਆਂ ਪੈਣੀਆਂ। ਵਾਰ-ਵਾਰ ਮੇਰੀ ਹੀ ਗੁਜ਼ਾਰਿਸ਼ ਆ ਵੀ ਆਪਾਂ ਕੁਛ ਨਾ ਕੁਛ ਸੋਚ ਕੇ ਅੱਗੇ ਵਧੀਏ, ਅਤੇ ਪਰ ਆਪਾਂ ਨੂੰ ਤਕੜੇ ਹੋ ਜਾਈਏ। ਹੁਣ ਤੋਂ ਆਪਣੇ ਟਾਰਗੇਟ ਬਣਾ ਲਈਏ ਆਪਾਂ ਵੀ ਕਿੱਦਾਂ ਚੱਲਣਾ ਆ। ਆਪਾਂ ਸਾਰੇ ਇੱਕੋ ਹੀ ਭਾਈ ਆ ਪੰਜਾਬ ਦੇ ਵਿੱਚ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ 12 ਮਿਸਲਾਂ ਸੀਗੀਆਂ, ਸਾਰਿਆਂ ਨੂੰ ਆਪਾਂ ਨੂੰ ਪਤਾ 12 ਮਿਸਲਾਂ ਸੀ, ਉਹਨਾਂ ਦੇ ਆਪਸ ਵਿੱਚ ਬਲ ਵਿੰਗ ਵੀ ਸੀਗੇ, ਪਰ ਜਦੋਂ ਬਾਹਰਲੀ ਗੱਲ ਹੁੰਦੀ ਸੀ ਤਾਂ ਇੱਕ ਸੀਗੀਆਂ। ਇੱਦਾਂ ਹੀ ਸਮਝ ਲਓ ਜਥੇਬੰਦੀਆਂ ਨੂੰ। ਪਰ ਹੁਣ ਇਸ ਗੱਲ ਲਈ ਆਪਾਂ ਇੱਕ ਹੋ ਜਾਈਏ ਅਤੇ ਕੁਛ ਲੈ ਬੈਠਾਂਗੇ, ਇੱਕ ਇੱਕ ਕਰਕੇ ਮੁੜ ਕੇ ਇਹ ਮੁੱਦਾ ਹੱਲ ਹੋਊਗਾ। ਮੁੜ ਕੇ ਜੇ ਆਪਾਂ ਗੱਲ ਕਰੀਏ ਆਰਡੀਨੈਂਸ ਦੀ, ਜੇ ਤੈਨੂੰ ਪਤਾ ਕਿ ਮੈਂ ਬਾਪ ਆ, ਮੇਰੇ ਬੱਚੇ ਨੂੰ ਆਹ ਚੀਜ਼ ਮਨਜ਼ੂਰ ਨਹੀਂ, ਬੰਦ ਕਰ ਦੇ ਉਹਨੂੰ ਭਾਈ। ਜੇ ਤੂੰ MP ਦੇ ਵਿੱਚ ਮਤਾ ਪਾ ਕੇ ਉਹਨੂੰ ਪਾਸ ਕੀਤਾ, ਤੈਨੂੰ ਪਤਾ ਵੀ ਇੰਨਾ ਵਿਰੋਧ ਹੋ ਗਿਆ, ਅਤੇ ਮੈਂ ਆਪਣੀ ਜਨਤਾ ਦੇ ਨਾਲ ਆ, ਕਿ ਉਹ ਜਨਤਾ ਪ੍ਰਜਾ ਵਾਲੀ ਗੱਲ ਆ ਨਾ, ਰਾਜੇ ਦੇ ਪ੍ਰਜਾ ਵਾਲੀ, ਅਤੇ ਮੈਂ ਉਹਨਾਂ ਦੇ ਨਾਲ ਆ ਭਾਈ। MP 'ਚ ਮਤਾ ਪਾਓ ਉੱਥੇ ਆਪਣੀ ਸਦਨ ਦੇ ਵਿੱਚ, ਅਤੇ ਉਹਨਾਂ MPਆਂ 'ਚ ਸਾਈਨ ਕਰਾ ਕੇ ਵੀ ਇਹ ਮਤਾ ਮੈਂ ਕੈਂਸਲ ਕਰਦਾ, ਅੱਜ ਤੋਂ ਬਾਅਦ ਇਹ ਲਾਗੂ ਨਹੀਂ ਹੋਊਗਾ, ਅਤੇ ਉਹਨੂੰ ਆਪਣੇ ਨੈਸ਼ਨਲ ਮੀਡੀਆ ਦੇ ਉੱਤੇ, ਗੋਦੀ ਮੀਡੀਆ ਦੇ ਉੱਤੇ ਲਾਈਵ ਕਰ ਦੇ, ਇੰਟਰਨੈਸ਼ਨਲ ਫੈਲ ਜਾਊਗਾ ਅਤੇ ਬਿੱਲ ਕੈਂਸਲ ਹੋ ਜਾਣਗੇ। ਸਾਨੂੰ ਵਾਰ-ਵਾਰ ਉੱਥੇ ਜਾਣ ਦੀ ਮੇਰਾ ਖਿਆਲ ਫਿਰ ਲੋੜ ਨਹੀਂ ਹੈਗੀ। ਇਸ ਕਰਕੇ ਇੰਨੇ ਤਾਂ ਆਪਾਂ ਨੂੰ ਸਟਰੋਂਗ ਹੀ ਹੋ ਜਾਣਾ ਚਾਹੀਦਾ ਮੇਰਾ ਖਿਆਲ। ਹੁਣ ਮੇਰਾ ਖਿਆਲ ਮੈਂ ਸਮਾਂ ਵੀ ਕਾਫੀ ਲੈ ਲਿਆ ਤੁਹਾਡਾ। ਅੱਜ ਖੈਰ ਸਮਾਂ ਖੁੱਲ੍ਹਾ ਵੀ ਆ, ਸੰਗਤ ਘੱਟ ਆ, ਅਤੇ ਕਈ ਵਾਰੀ ਜ਼ਿਆਦਾ ਹੁੰਦੀ ਫਿਰ 2-2 4-4 ਮਿੰਟ ਮਿਲਦੇ। ਚਲੋ ਮੇਰੇ
ਆਪਣੇ ਦਿਲ ਦੇ ਬਲਬਲੇ ਸੀਗੇ ਮਨ ਦੇ, ਉਹ ਵੀ ਮੈਂ ਕੱਢੇ ਕਹਿ ਲਓ, ਹੈ ਨਾ। ਪਰ ਆਪਣੇ ਸਿਸਟਮ 'ਚ ਹੀ ਰਹਿ ਕੇ ਆਪਾਂ ਸਾਰਾ ਕੁਝ ਕਹਿਣਾ ਆ। ਅਤੇ ਦੀਪ ਬਾਈ ਹੁਣ ਜਿਹੜੀ ਵੀ ਗੱਲਾਂ ਕਰਦੇ ਆ, ਬਹੁਤ ਸੋਧ ਕੇ ਗੱਲਾਂ ਨੂੰ ਕਰਦੇ ਆ। ਪੜ੍ਹੇ ਲਿਖੇ ਆ, ਮੈਂ ਤਾਂ ਇੰਨਾ ਪੜ੍ਹਿਆ ਵੀ ਨਹੀਂ, ਅੰਡਰ ਮੈਟ੍ਰਿਕ ਆ, ਇੰਨਾ ਜ਼ਿਆਦਾ ਮੈਂ ਪੜ੍ਹਿਆ ਨਹੀਂ। ਉਹ ਵਕੀਲ ਵੀ ਰਹੇ ਆ, ਉਹਨੇ ਸਾਰਾ ਕੁਛ ਕੀਤਾ। ਉਹਨਾਂ ਦੇ ਜਿਹੜੇ ਵਰਡ ਆ, ਉਹ ਸਾਰਾ ਕੁਛ ਆਪਾਂ ਨੂੰ ਇੱਕ ਇੱਕ ਸਮਝਣ ਦੀ ਲੋੜ ਆ। ਪਰ ਚੱਲਦੇ ਚੱਲੀਏ ਆਪਾਂ ਸਾਰਾ ਕੁਝ ਹਾਸਲ ਕਰਾਂਗੇ। ਚਲੋ ਜੀ, ਹੁਣ ਮੈਂ ਇੰਨੀਆਂ ਕਿ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ, ਅਤੇ ਮੇਰੀ ਫਤਿਹ ਕੁਰਬਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਨਕਲਾਬ ਇਨਕਲਾਬ ਇਨਕਲਾਬ। ਕਿਸਾਨ ਮਜ਼ਦੂਰ ਏਕਤਾ ਯੂਨੀਅਨ, ਕਿਸਾਨ ਮਜ਼ਦੂਰ ਏਕਤਾ ਯੂਨੀਅਨ, ਕਿਸਾਨ ਮਜ਼ਦੂਰ ਏਕਤਾ ਯੂਨੀਅਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।